पाद पंकज बंदना सिमरो अंगद दोख निकंदना अमर दास गुर हृदय आवो हृदय आवो रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत प्रकाशक श्री हर राय नामो कर जोरी नामो कर जोरी गुर हर कृष्ण मनाए बिहोरी तेग बहादुर परम कृपाला परम कृपाला श्री गुरु गोबिंद सिंह विशाला तारो तारा पार पुन पुन सीसा पुन पुन सीसा बंदो बार बार जगदीसा जिसमह अमृत ज्ञान है मानक भगत विराग गुरु ग्रंथ साहिब ओदद बंदो कर अनुराग आए प्रभ शरणागति कृपा निध दयाल एक अखर हर मन बसत नानक होत निहाल एक अखर हर मन बसत नानक होत निहाल पतत पावन भगत वत्सल कृपा निदान रहमतां दे सागर मीरी पीरी दे मालक साहिब श्री गुरु हरगोबिंद साहिब जियां दे पावन और पवित्र स्थान दे उपर अमृत वेले दी संभाल करदे होए साहिब श्री गुरु ग्रंथ साहिब जियां दे चरण परस रहे गुरु रूप गुरु खालसा जी सतगुरां दी अपार कृपा बख्शिश रहमत दा सदका जो लड़ीवार गुर इतिहास गुरु नानक देव जियां दे जीवन कौतुकां दा श्रवण कर रहे हाँ आओ विचारां दी आरंभता तो पहला गुरुदेव सतगुरां द्वारा बख्शिश की गई गुरगते दी सांझ पाइए कोई भी रसना वांझी ना रहे सारे माई भाई गुरु ग्रंथ साहिब जियां तो आग्ञा पाउंदे होए रल मिल के आखो जी वाहिगुरु जी का खालसा वाहिगुरु जी की फतेह। धन साहिब श्री गुरु नानक देव जी महाराज अपनी तीसरी उदासी नूं संपूर्ण करके सतगुरु जी राय भोए दी तलवंडी जो सतगुरां दा प्रकाश अस्थान है जन्म अस्थान है उस तो बार बार नगर तो बार बार भाई बाले दे पिता भाई चंद्र भाण दे खेतां विच बराजे होए ते माता तृप्ता जी हुणां ने आकर के बाबा कल्याण चंद हुणां ने आकर के बेनतियां कीतियां ने कि वेखो पुत्र जी
ਜੋ ਸਾਡਾ ਜੀਵਨ ਹੈ ਤੁਹਾਨੂੰ ਉਡੀਕਦਿਆਂ ਦਾ ਹੀ ਬਤੀਤ ਹੋ ਚੁੱਕਾ ਹੈ। ਹੁਣ ਬੁਢੇਪੇ ਨੇ ਸਾਨੂੰ ਗ੍ਰਸ ਲਿਆ ਹੈ। ਥੋੜ੍ਹੀ ਬਹੁਤੀ ਦਇਆ ਕਰੋ, ਤਰਸ ਕਰੋ, ਸਾਡੀ ਕੋਈ ਤਾਂ ਗੱਲ ਮੰਨੋ ਤੁਸੀਂ, ਜਿਸ ਕਰਕੇ ਤੁਸੀਂ ਨਗਰ ਤੋਂ ਬਾਰ-ਬਾਰ ਬੈਠ ਕਰਕੇ ਮੁੜਨ ਦਾ ਹੱਠ ਕਰੀ ਬੈਠੇ ਹੋ, ਜਿੱਦ ਕਰੀ ਬੈਠੇ ਹੋ। ਇਸ ਨੂੰ ਛੱਡ ਦੇਵੋ। ਚਲੋ ਨਗਰ ਦੇ ਵਿੱਚ ਚੱਲੋ, ਘਰ ਦੇ ਵਿੱਚ ਜਾ ਕਰਕੇ ਆਪਣੇ ਪਵਿੱਤਰ ਚਰਨਾਂ ਨੂੰ ਪਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮਾਤਾ ਜੀ, ਜਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਆਵਾਂਗੇ, ਇਸ ਪ੍ਰਕਾਰ ਫਿਰ ਘਰੇ ਆ ਕਰਕੇ ਟਿਕਾਣਾ ਕਰਾਂਗੇ, ਫਿਰ ਘਰ ਦੇ ਵਿੱਚ ਰਹਿਣਾ ਕਰਾਂਗੇ। ਮਾਤਾ ਜੀ ਹੁਣੀ ਕਹਿੰਦੇ ਨੇ, ਬਾਬਾ ਕਲਿਆਣ ਚੰਦ ਜੀ ਕਹਿੰਦੇ ਨੇ ਕਿ ਪੁੱਤਰ ਜੀ, ਸਾਡੀ ਬਹੁਤੀ ਜੀਵਨ ਬਤੀਤ ਹੋ ਚੁੱਕਾ ਹੈ, ਥੋੜ੍ਹੀ ਜ਼ਿੰਦਗੀ ਬਚੀ ਹੈ, ਖੌਰੇ ਫੇਰ ਮੇਲ ਹੋਵੇ ਜਾਂ ਨਾ ਹੋਵੇ, ਇਸ ਲਈ ਆਪ ਜੀ ਕਿਰਪਾ ਕਰੋ ਘਰ ਚੱਲੋ। ਮਾਤਾ ਪਿਤਾ ਦੇ ਬਚਨਾਂ ਨੂੰ ਮੰਨਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰੂ ਘਰ ਆਉਂਦੇ ਨੇ। ਘਰ ਆ ਕਰਕੇ ਬਾਬਾ ਕਲਿਆਣ ਚੰਦ ਜੀ ਫੇਰ ਪਹਿਲਾਂ ਵਾਂਗ ਸਮਝਾਉਣ ਲੱਗਦੇ ਨੇ ਕਿ ਵੇਖੋ ਪੁੱਤਰ ਜੀ, ਤੁਸੀਂ ਬਚਪਨ ਤੋਂ ਲੈ ਕਰਕੇ ਹੀ ਘਰ ਦੇ ਨਾਲ ਪ੍ਰੇਮ ਨਹੀਂ ਕੀਤਾ, ਮੋਹ ਨਹੀਂ ਕੀਤਾ। ਜਿੰਨਾ ਵੀ ਘਰ ਦਾ ਸਾਜੋ ਸਮਾਨ ਹੈ ਬਚਪਨ ਵਿੱਚ ਲੁਟਾਉਂਦੇ ਰਹੇ ਹੋ। ਮੇਰਾ ਕਮਾਇਆ ਹੋਇਆ ਧਨ ਦੌਲਤ ਸਾਰਾ ਵਿਅਰਥ ਹੀ ਗਵਾਉਂਦੇ ਰਹੇ। ਪਰ ਹੁਣ ਤੁਸੀਂ ਇਹ ਸਾਧੂਆਂ ਵਾਲੀ ਬਿਰਤੀ ਛੱਡ ਦੇਵੋ। ਇਸ ਪ੍ਰਕਾਰ ਜਿਵੇਂ ਲੋਕ ਗ੍ਰਸਤੀ ਆਪਣੇ ਘਰ-ਬਾਰ ਨੂੰ ਸੰਭਾਲਦੇ ਨੇ, ਪਰਿਵਾਰ ਨੂੰ ਪਾਲਦੇ ਨੇ, ਆਪ ਜੀ ਉਸੇ ਪ੍ਰਕਾਰ ਹੀ ਘਰ ਦੇ ਕੰਮਾਂ ਕਾਰਾਂ ਨੂੰ ਕਰਿਆ ਕਰੋ, ਘਰੇ ਰਿਹਾ ਕਰੋ। ਤੇ ਜੋ ਸਾਡੀ ਨੂੰਹ ਔਰ ਤੁਹਾਡੀ ਪਤਨੀ ਆਪਣੇ ਪੇਕੇ ਪਿੰਡ ਬੈਠੀ ਹੈ, ਉਸ ਨੂੰ ਜਾ ਕੇ ਲੈ ਆਓ। ਵੇਖੋ ਤੁਹਾਡੇ ਕਰਕੇ ਸਾਰਾ ਹੀ ਪਰਿਵਾਰ ਖੇਰੂ ਖੇਰੂ ਹੋਇਆ ਪਿਆ। ਤੁਹਾਡਾ ਇੱਕ ਪੁੱਤਰ ਬਾਬਾ ਸ਼੍ਰੀ ਚੰਦ ਸੁਲਤਾਨਪੁਰ ਲੋਧੀ ਸਾਡੀ ਪੁੱਤਰੀ ਬੇਬੇ ਨਾਨਕੀ ਕੋਲ ਰਹਿੰਦਾ, ਤੇ ਤੁਹਾਡਾ ਇੱਕ ਪੁੱਤਰ ਔਰ ਤੁਹਾਡੇ ਘਰੋਂ ਜੋ ਤੁਹਾਡੇ ਮਹਿਲ ਹਨ ਘਰ ਵਾਲੀ ਹੈ, ਉਹ ਆਪਣੇ ਸਹੁਰੇ ਪਿੰਡ ਬੈਠੀ ਹੈ, ਤੇ ਤੁਸੀਂ ਵੀ ਉਹ ਆਪਣੇ ਪੇਕੇ ਪਿੰਡ ਬੈਠੀ ਹੈ, ਤੇ ਤੁਸੀਂ ਵੀ ਕਦੇ ਘਰੇ ਨਹੀਂ ਆਉਂਦੇ। ਇਹਨਾਂ ਗੱਲਾਂ ਦਾ ਸਾਨੂੰ ਭਾਰੀ ਦੁੱਖ ਹੈ। ਇਹਨਾਂ ਬਚਨਾਂ ਨੂੰ ਸੁਣਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਨੂੰ ਸਮਝਾਉਂਦੇ ਨੇ ਕਿ ਪਿਤਾ ਦੇ ਉੱਪਰ ਜੋ ਹੁਣ ਤੱਕ ਸਤਿਗੁਰਾਂ ਨੇ ਮੋਹ ਦੀ ਕਨਾਤ ਤਾਣ ਕੇ ਰੱਖੀ ਸੀ, ਮੋਹ ਦਾ ਪਰਦਾ ਪਾਇਆ ਸੀ, ਸਤਿਗੁਰਾਂ ਨੇ ਉਸ ਪਰਦੇ ਨੂੰ ਚੁੱਕ ਦਿੱਤਾ। ਤੇ ਬਾਬਾ ਜੋ ਮਹਿਤਾ ਕਾਲੂ ਜੀ ਹਨ, ਉਹਨਾਂ ਨੂੰ ਹੁਣ ਆਪਣਾ ਜਿਹੜਾ ਪੁੱਤਰ ਹੈ ਉਹ ਪਰਮੇਸ਼ਰ ਨਜ਼ਰ ਆਉਣ ਲੱਗਾ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹੈ, ਪੁੱਤਰ ਜੀ, ਹੁਣ ਤੱਕ ਮੈਂ ਤੁਹਾਨੂੰ ਆਪਣਾ ਇੱਕ ਆਮ ਬੱਚਾ, ਆਪਣਾ ਪੁੱਤਰ ਸਮਝਿਆ, ਪਰ ਤੁਸੀਂ ਤਾਂ ਅਵਤਾਰੀ ਪੁਰਸ਼ ਹੋ, ਤੁਸੀਂ ਤਾਂ ਪਰਮੇਸ਼ਰ ਰੂਪ ਹੋ। ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪਿਤਾ ਤਾਈਂ ਉਪਦੇਸ਼ ਦਿੰਦੇ ਨੇ ਕਿ ਵੇਖੋ ਪਿਤਾ ਜੀ, ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਜੋ ਪਰਮੇਸ਼ਰ ਦੇ ਸਨਮੁਖ ਹੁੰਦੇ ਨੇ, ਇੱਕ ਜੋ ਪਰਮੇਸ਼ਰ ਤੋਂ ਬੇਮੁਖ ਹੁੰਦੇ ਨੇ। ਜਿਹੜੇ ਬੇਮੁਖ ਹੁੰਦੇ ਨੇ ਉਹਨਾਂ ਦਾ ਜੀਵਨ ਇੱਦਾਂ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਤੋਂ ਬਚੀ ਹੋਈ ਜਗ੍ਹਾ ਦੇ ਉੱਪਰ ਬਰਫ਼ ਜੰਮ ਜਾਵੇ। ਇੱਦਾਂ ਉਹਨਾਂ ਦੇ ਬੇਮੁਖਾਂ ਦੇ ਜੀਵਨ ਅੰਦਰ ਵਿਕਾਰਾਂ ਦੀ ਬਰਫ਼ ਜੰਮੀ ਰਹਿੰਦੀ ਹੈ। ਤੇ ਜਿਹੜੇ ਸਨਮੁਖ ਹੁੰਦੇ ਨੇ, ਭਾਵ ਜਿਨ੍ਹਾਂ ਉੱਪਰ ਪਰਮੇਸ਼ਰ ਰੂਪੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਰਹਿੰਦੀਆਂ ਨੇ, ਉੱਥੇ ਬਰਫ਼ ਨਹੀਂ ਜੰਮਦੀ, ਉਹ ਪਾਣੀ ਚੱਲਦਾ ਰਹਿੰਦਾ ਹੈ। ਉਹਨਾਂ ਦੇ ਹਿਰਦੇ ਅੰਦਰ ਜਿਹੜਾ ਪ੍ਰੇਮ ਦਾ ਜਲ ਵਹਿੰਦਾ ਰਹਿੰਦਾ ਹੈ। ਇੱਦਾਂ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਤਾਈਂ ਉਪਦੇਸ਼ ਦੇ ਰਹੇ ਨੇ। ਇੱਥੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਆਪਾਂ ਰਲ ਮਿਲ ਕੇ ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸ਼ਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਇਹ ਜੋ ਜਗਤ ਬਣਾਓ ਬਣਿਓ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਤਾਈਂ ਉਪਦੇਸ਼ ਦੇ ਰਹੇ ਨੇ ਕਿ ਵੇਖੋ ਪਿਤਾ ਜੀ, ਜੋ ਇਹ ਸਾਰਾ ਸੰਸਾਰ ਹੈ 84 ਲੱਖ ਜੂਨ ਹੈ, ਇਹ ਜੋ ਸਾਰੀ ਖੇਡ ਬਣੀ ਹੋਈ ਹੈ, ਪਰਮਾਤਮਾ ਬਿਨ ਕੌਣ ਗੁਣਿਓ ਹੈ। ਇਹ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇਹ ਸਾਰੇ ਸੰਸਾਰ ਨੂੰ ਕੌਣ ਪੈਦਾ ਕਰ ਸਕਦਾ ਹੈ? ਕੌਣ 84 ਲੱਖ ਜੂਨਾਂ ਦੀ ਪਾਲਣਾ ਕਰ ਸਕਦਾ ਹੈ? ਜਿਉ ਨਿਜ ਰੂਪ ਬੀਜ ਬਟ ਧਾਰਤ। ਦੇਖੋ ਜਿਵੇਂ ਛੋਟਾ ਜਿਹਾ ਬੀਜ ਹੁੰਦਾ ਹੈ, ਉਸ ਨੂੰ ਧਰਤੀ ਦੇ ਵਿੱਚ ਦੱਬ ਦਈਏ ਨਾ, ਤੇ ਇਸ ਪ੍ਰਕਾਰ ਉਹ ਵੱਡੇ ਰੁੱਖ ਦਾ ਆਕਾਰ ਬਣ ਜਾਂਦਾ ਹੈ। ਹਮੈ ਕਰ ਬਿਟਪ ਭਲੇ ਵਿਸਤਾਰਤ। ਛੋਟਾ ਜਿਹਾ ਬੀਜ ਇੱਕ ਰੁੱਖ ਬਣ ਜਾਂਦਾ ਹੈ, ਆਪਣੇ ਡਾਹਣੀਆਂ ਦੇ ਨਾਲ, ਪੱਤਿਆਂ ਦੇ ਨਾਲ, ਫਲਾਂ ਦੇ ਨਾਲ, ਫੁੱਲਾਂ ਦੇ ਨਾਲ ਭਾਰੀ ਆਕਾਰ ਧਾਰਨ ਕਰਦਾ ਹੈ। ਤਹ ਬੀਰਜ ਕੋ ਖੋਜੈ ਕੋ। ਤੇ ਜੇਕਰ ਉਸ ਰੁੱਖ ਦੇ ਵਿੱਚੋਂ ਕੋਈ ਬੀਜ ਨੂੰ ਲੱਭਣਾ ਚਾਹੇ, ਕਾਠ ਪੱਤਰ ਪੁਸ਼ਪਾਦਿਕ ਜੋ। ਜਿੰਨੇ ਵੀ ਉਸ ਦੀਆਂ ਡਾਹਣੀਆਂ ਹੁੰਦੀਆਂ ਨੇ, ਲੱਕੜਾਂ ਹੁੰਦੀਆਂ ਨੇ, ਜਿੰਨੇ ਵੀ ਉਸ ਦੇ ਪੱਤੇ ਨੇ, ਫੁੱਲ ਔਰ ਫਲ ਹਨ, ਤੇ ਹਾਥ ਨ ਆਵਹਿ ਕਬਹੀ। ਤੇ ਜਿਹੜੇ ਲੋਕ ਉਸ ਬੀਜ ਨੂੰ ਲੱਕੜਾਂ ਦੇ ਵਿੱਚੋਂ, ਉਸ ਦੇ ਤਣੇ ਦੇ ਵਿੱਚੋਂ, ਜਾਂ ਫਿਰ ਪੱਤਿਆਂ ਦੇ ਵਿੱਚੋਂ, ਫੁੱਲਾਂ ਦੇ ਵਿੱਚੋਂ ਲੱਭਦੇ ਰਹਿੰਦੇ ਨੇ, ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ। ਰੋਜਤ ਰਹਿ ਆਰਬਲ ਸਬਹੀ। ਉਹ ਭਾਵੇਂ ਸਾਰੀ ਉਮਰ ਉਸ ਰੁੱਖ ਨੂੰ ਚੀਰਦੇ ਰਹਿਣ, ਪੱਤਿਆਂ ਨੂੰ ਪਾੜਦੇ ਰਹਿਣ, ਫੁੱਲਾਂ ਨੂੰ ਇਸ ਪ੍ਰਕਾਰ ਤੋੜਦੇ ਰਹਿਣ, ਪਰ ਸਾਰੀ ਉਮਰ ਉਹਨਾਂ ਨੂੰ ਬੀਜ ਪ੍ਰਾਪਤ ਨਹੀਂ ਹੋਵੇਗਾ। ਜੇ ਫਲ ਕੋ ਖੋਜਹਿ ਫਲ ਭਾਂਤੀ। ਔਰ ਜੇ ਕੋਈ ਸ੍ਰੇਸ਼ਟ ਬੁੱਧੀ ਦਾ ਮਾਲਕ ਉਸੇ ਹੀ ਰੁੱਖ ਦਾ ਫਲ ਤੋੜੇ, ਤੇ ਫਲ ਨੂੰ ਤੋੜ ਕਰਕੇ ਉਸ ਦੇ ਵਿੱਚੋਂ ਬੀਜ ਲੱਭੇ ਜੀ, ਪਾਈ ਬੀਜ ਹਵੇ ਸੀਤਲ ਸਾਤੀ। ਤੇ ਉਸ ਰੁੱਖ ਦਾ ਜੋ ਬੀਜ ਹੈ ਨਾ, ਫਿਰ ਉਸ ਫਲ ਦੇ ਵਿੱਚੋਂ ਇੱਕ ਗਿੜਕ ਪ੍ਰਾਪਤ ਹੁੰਦੀ ਹੈ, ਜੋ ਗਿੜਕ ਉਸ ਰੁੱਖ ਦਾ ਆਕਾਰ ਪੈਦਾ ਕਰਨ ਵਿੱਚ ਸਮਰੱਥ ਹੁੰਦੀ ਹੈ, ਇੱਕ ਹੋਰ ਪੌਦਾ ਉਗਾਉਣ ਵਿੱਚ ਸਮਰੱਥ ਹੁੰਦੀ ਹੈ। ਜਿਹੜੇ ਸੂਝਵਾਨ ਨੇ ਉਹ ਫਲ ਦੇ ਵਿੱਚੋਂ ਇਸ ਪ੍ਰਕਾਰ ਬੀਜ ਨੂੰ ਲੱਭਦੇ ਨੇ। ਪਰਮੇਸ਼ਰ ਖੋਜਣ ਬਾਰੇ। ਏਦਾਂ ਹੀ ਸੰਸਾਰ ਦੇ ਲੋਕ ਨੇ ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਖੋਜਦੇ ਨੇ। ਕਾਠ ਤਾਮਸੀ ਜੀਉ ਨਿਹਾਰੇ। ਤੇ ਇਹਨਾਂ ਲੋਕਾਂ ਦਾ ਜੀਵਨ ਤਿੰਨਾਂ ਗੁਣਾਂ ਦੇ ਵਿੱਚ ਇਸ ਪ੍ਰਕਾਰ ਭਰਪੂਰ ਹੁੰਦਾ ਹੈ, ਰਜੋ ਗੁਣ, ਤਮੋ ਗੁਣ ਔਰ ਸਤੋ ਗੁਣ। ਸਤਿਗੁਰੂ ਜੀ ਪਹਿਲਾਂ ਤਮੋ ਗੁਣ ਦੀ ਵਿਆਖਿਆ ਕਰਦੇ ਨੇ ਕਿ ਜਿਹੜੇ ਤਮੋ ਬਿਰਤੀ ਵਾਲੇ ਲੋਕ ਹੁੰਦੇ ਨੇ, ਉਹਨਾਂ ਦਾ ਜੀਵਨ, ਉਹਨਾਂ ਦਾ ਸੁਭਾਅ ਇੱਕ ਸਖਤ ਲੱਕੜ ਵਰਗਾ ਹੁੰਦਾ ਹੈ। ਬਚਨ ਕਠੋਰ ਕਹਿਣ ਹੈ ਜੋ। ਉਹ ਜਦੋਂ ਵੀ ਬੋਲਦੇ ਨੇ ਕੌੜਾ ਬੋਲ ਬੋਲਦੇ ਨੇ, ਕਠਿਨ ਸੁਭਾਅ ਹੁੰਦਾ ਹੈ। ਲੱਖ ਕਠੋਰ ਪਨ ਤਾਂ ਮਹਿਸੂ। ਤੇ ਉਹਨਾਂ ਦਾ ਜੀਵਨ ਏਦਾਂ ਹੈ ਪਿਤਾ ਜੀ, ਜਿਵੇਂ ਕੋਈ ਲੱਕੜ ਦੇ ਵਿੱਚੋਂ ਬੀਜ ਨੂੰ, ਕਠੋਰ ਸਖਤ ਲੱਕੜ ਦੇ ਵਿੱਚੋਂ ਬੀਜ ਨੂੰ ਲੱਭਦਾ ਰਹੇ। ਤੇ ਈਸ਼ਰ ਹੱਥ ਨ ਆਵੇ। ਜਿਵੇਂ ਲੱਕੜਾਂ ਨੂੰ ਚੀਰੀ ਜਾਈਏ ਤੇ ਬੀਜ ਪ੍ਰਾਪਤ ਨਹੀਂ ਹੁੰਦਾ, ਏਦਾਂ ਜਿਹੜੇ ਲੋਕ ਕੌੜਾ ਬੋਲਦੇ ਨੇ, ਭੈੜਾ ਬੋਲਦੇ ਨੇ, ਉਹ ਭਾਵੇਂ ਸਾਰੀ ਉਮਰ ਪਰਮੇਸ਼ਰ ਨੂੰ ਲੱਭਦੇ ਰਹਿਣ, ਪਰਮੇਸ਼ਰ ਉਹਨਾਂ ਦੇ ਕੋਲ ਨਹੀਂ ਆਉਂਦਾ। ਜਿਉ ਸਕਤਾ ਤੇ ਤੇਲ ਨ ਪਾਵੇ। ਜਿਵੇਂ ਰੇਤੇ ਦੇ ਵਿੱਚੋਂ ਕੋਈ ਵਾਸ਼ਨਾ ਨਹੀਂ ਆਉਂਦੀ, ਔਰ ਰੇਤੇ ਨੂੰ ਤਪਾਈ ਜਾਈਏ ਵਿੱਚੋਂ ਕੋਈ ਤੇਲ ਨਹੀਂ ਨਿਕਲਦਾ, ਏਦਾਂ ਉਹਨਾਂ ਦਾ ਜੀਵਨ ਰੇਤ ਵਾਂਗ ਵਿਖਰਿਆ ਰਹਿੰਦਾ ਹੈ। ਰਾਜਸੀ ਪੱਤਰ ਸਮਾਨਾ। ਅਤੇ ਜਿਹੜੇ ਰਜੋ ਗੁਣ ਦੇ ਮਾਲਕ ਹਨ, ਉਹਨਾਂ ਦਾ ਜਿਹੜਾ ਜੀਵਨ ਪੱਤਿਆਂ ਵਰਗਾ ਹੈ, ਉਹਨਾਂ ਦਾ ਜੀਵਨ ਪੱਤਿਆਂ ਵਰਗਾ ਹੁੰਦਾ ਹੈ। ਉਹ ਪੱਤਿਆਂ ਦੇ ਵਿੱਚੋਂ ਬੀਜ ਨੂੰ ਲੱਭਦੇ ਨੇ। ਛਾਇਆ ਦੇ ਸੁਖ ਵਿਖੇ ਮਹਾਨਾ।
ਤਮੋ ਗੁਣ ਵਾਲਿਆਂ ਦੇ ਨਾਲੋਂ ਉਹਨਾਂ ਦੇ ਵਿੱਚ ਕੁਝ ਚੰਗੇ ਗੁਣ ਹੁੰਦੇ ਨੇ। ਜਿਵੇਂ ਪੱਤਿਆਂ ਦੀ ਛਾਂ ਤਾਂ ਮਾਣ ਸਕਦੇ ਨੇ, ਉਹ ਕੁਝ ਕੁ ਸ਼ੁਭ ਗੁਣਾਂ ਦਾ ਆਨੰਦ ਤਾਂ ਲੈ ਸਕਦੇ ਨੇ। ਤਿਨ ਤੇ ਹਰੀ ਪਾਏ ਮਹਿ ਕੈਸੇ। ਪਰ ਇਸ ਪ੍ਰਕਾਰ ਉਹ ਛਾਂ ਮਾਣ ਸਕਦੇ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਿਵੇਂ? ਜਿਵੇਂ ਪੱਤਿਆਂ ਦੇ ਵਿੱਚੋਂ ਬੀਜ ਨਹੀਂ ਲੱਭਦਾ। ਅੰਧੇ ਕੋ ਮਗ ਮੋਤੀ ਜੈਸੇ। ਪਿਤਾ ਜੀ, ਉਹਨਾਂ ਦਾ ਜੀਵਨ ਤਾਂ ਏਦਾਂ ਹੁੰਦਾ ਹੈ ਜਿਵੇਂ ਅੰਨੇ ਬੰਦੇ ਦੇ ਰਾਹ ਦੇ ਵਿੱਚ ਹੀਰੇ ਮੋਤੀ ਖਿਲਾਰ ਦਈਏ। ਉਹ ਹੀਰੇ ਮੋਤੀਆਂ ਤੋਂ ਲੰਘਦਾ ਲੰਘਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਵੇ। ਉਹ ਸਾਰਾ ਰਾਹ ਤੈਅ ਕਰ ਦੇਵੇ ਤੇ ਰਾਹ ਤੈਅ ਕਰਨ ਤੋਂ ਬਾਅਦ ਕਹਿ ਦੇਵੇ ਕਿ ਰਾਸਤੇ ਦੇ ਵਿੱਚ ਤਾਂ ਕੱਚ ਹੀ ਬੜਾ ਖਿਲਰਿਆ ਸੀ। ਰਾਸਤੇ ਦੇ ਵਿੱਚ ਕੱਚ ਹੀ ਕੱਚ ਸੀ ਤੇ ਕੱਚ ਦਾ ਕੋਈ ਮੁੱਲ ਨਹੀਂ ਹੁੰਦਾ, ਤੇ ਹੀਰੇ ਮੋਤੀ ਜਿਹੜੇ ਮੁੱਲ ਤੋਂ ਰਹਿਤ ਹੁੰਦੇ ਨੇ ਉਹਨਾਂ ਦਾ ਕੋਈ ਮੁੱਲ ਪਾ ਨਹੀਂ ਸਕਦਾ। ਏਦਾਂ ਉਹਨਾਂ ਦਾ ਜੀਵਨ ਅੰਨਿਆਂ ਵਾਂਗ ਬਤੀਤ ਹੁੰਦਾ ਹੈ। ਪੁਸ਼ਪ ਸਮਾਨ ਸਾਤ ਕੀ ਜਈ। ਇਹ ਜਿਹੜੇ ਸਤੋ ਗੁਣ ਦੇ ਮਾਲਕ ਨੇ, ਪਹਿਲਾਂ ਸਤਿਗੁਰਾਂ ਨੇ ਤਮੋ ਗੁਣ, ਰਜੋ ਗੁਣ ਤੇ ਹੁਣ ਸਤੋ ਗੁਣ ਦੀ ਵਿਆਖਿਆ ਕਰਦੇ ਨੇ। ਜਿਹੜੇ ਸਤੋ ਗੁਣ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਜੀਵਨ ਫੁੱਲਾਂ ਵਰਗਾ ਹੁੰਦਾ ਹੈ। ਮਧੁਰ ਬਚਨ ਗੰਧ ਧਾਰਿ ਤੇਈ। ਉਹਨਾਂ ਦੇ ਵਿੱਚੋਂ ਸ਼ੁਭ ਗੁਣਾਂ ਦੀ ਸੁਗੰਧੀ ਆਉਂਦੀ ਹੈ ਔਰ ਮਿੱਠੇ ਬੋਲ ਬੋਲਦੇ ਨੇ। ਦਿਲ ਤੇ ਕਛਕ ਹੋਤ ਸੁਧਕਾਰਾ। ਇਸ ਪ੍ਰਕਾਰ ਉਹ ਆਪਣੇ ਜੀਵਨ ਅੰਦਰ ਕੁਝ ਕੁ ਚੰਗੇ ਕਾਰਜ ਕਰਦੇ ਨੇ, ਕੁਝ ਚੰਗੀਆਂ ਨੇਕੀਆਂ ਕਮਾਉਂਦੇ ਨੇ। ਨਹਿ ਪਾਇਤ ਹੈ ਪ੍ਰਭੂ ਅਪਾਰਾ। ਪਰ ਉਹ ਵੀ ਲੋਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿਵੇਂ ਫੁੱਲਾਂ ਦੇ ਵਿੱਚੋਂ ਫਲਦਾਰ ਬੂਟਿਆਂ ਦੇ ਬੀਜ ਪ੍ਰਾਪਤ ਨਹੀਂ ਹੁੰਦੇ। ਗਿਆਨੀ ਹੈ ਫਲ ਕੀਰ ਸਮਾਨਾ। ਪਰ ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਹੋਵੇ, ਜੋ ਗਿਆਨਵਾਨ ਹੋਵੇ, ਜਿਸ ਨੂੰ ਪਰਮੇਸ਼ਰ ਨੇ ਸਾਰਾ ਗਿਆਨ ਪ੍ਰਾਪਤ ਕਰਵਾਇਆ ਹੋਵੇ, ਬੀਜ ਰੂਪ ਤਹਿ ਪ੍ਰਭੂ ਮਿਲਾਨਾ। ਤੇ ਉਹਨਾਂ ਦਾ ਜੀਵਨ, ਗਿਆਨਵਾਨ ਲੋਕਾਂ ਦਾ ਜੀਵਨ ਇਸ ਪ੍ਰਕਾਰ ਇੱਕ ਫਲ ਦੇ ਵਰਗਾ ਹੁੰਦਾ ਹੈ। ਜਿਵੇਂ ਫਲ ਨੂੰ ਚੀਰੀਏ ਤੇ ਵਿੱਚੋਂ ਵਿੜਕ ਵਿੱਚੋਂ ਬੀਜ ਪ੍ਰਾਪਤ ਹੁੰਦਾ ਹੈ, ਏਦਾਂ ਗਿਆਨਵਾਨ ਲੋਕ ਸਾਰਾ ਗਿਆਨ ਰੱਖਦੇ ਨੇ ਕਿ ਕਿਹੜੇ ਕਰਮ ਕਰਨੇ ਨੇ ਤੇ ਕਿਹੜੇ ਕਰਮ ਨਹੀਂ ਕਰਨੇ, ਕਿਸ ਪ੍ਰਕਾਰ ਪਰਮੇਸ਼ਰ ਦੀ ਪੂਜਾ ਕਰਨੀ ਹੈ, ਕਿਸ ਪ੍ਰਕਾਰ ਇਹ ਜਿਹੜੇ ਵਿਕਾਰ ਹਨ, ਵਿਸ਼ੇ ਹਨ, ਇਹਨਾਂ ਨੂੰ ਤਿਆਗਣਾ ਹੈ। ਇਸ ਪ੍ਰਕਾਰ ਹੀ ਪਿਤਾ ਜੀ ਜਿਹੜੇ ਗੁਣਵਾਨ ਲੋਕ ਹੁੰਦੇ ਨੇ, ਉਹ ਇਸ ਪ੍ਰਕਾਰ ਜਿਵੇਂ ਫਲ ਦੇ ਵਿੱਚੋਂ ਬੀਜ ਪ੍ਰਾਪਤ ਹੁੰਦਾ ਹੈ, ਏਦਾਂ ਉਹ ਪਰਮੇਸ਼ਰ ਪ੍ਰਾਪਤ ਕਰ ਲੈਂਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਬਾਣੀ ਦਰਜ ਕਰਦੇ ਨੇ, ਸੁਚੱਜੀ, ਕੁਚੱਜੀ ਔਰ ਗੁਣਵੰਤੀ। ਜਿਹੜੀ ਇਸ ਪ੍ਰਕਾਰ ਕੁਚੱਜੀ ਹੈ ਨਾ, ਜੋ ਕੁਚੱਜੀ ਜੀਵ ਇਸਤਰੀ ਹੈ, ਉਹ ਜੀਵਨ ਦੇ ਅੰਦਰ ਕਦੇ ਵੀ ਧਰਮ ਨਹੀਂ ਕਮਾਉਂਦੀ, ਉਹ ਸਾਰੇ ਕਰਮ ਪੁੱਠੇ ਹੀ ਕਰਦੀ ਹੈ। ਤੇ ਜਿਹੜੀ ਸੁਚੱਜੀ ਹੁੰਦੀ ਹੈ, ਉਹ ਇਸ ਪ੍ਰਕਾਰ ਕੋਈ ਭੈੜਾ ਕਰਮ ਨਹੀਂ ਕਰਦੀ ਪਰ ਧਰਮ ਵੀ ਨਹੀਂ ਕਮਾਉਂਦੀ, ਤੇ ਕੋਈ ਭੈੜਾ ਕੋਈ ਪਾਪ ਵੀ ਨਹੀਂ ਕਰਦੀ ਤੇ ਪੁੰਨ ਵੀ ਨਹੀਂ ਕਮਾਉਂਦੀ। ਤੇ ਜਿਹੜੀ ਗੁਣਵੰਤੀ ਹੁੰਦੀ ਹੈ ਨਾ, ਉਹ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ। ਇਸ ਪ੍ਰਕਾਰ ਉਹ ਧਰਮ ਵੀ ਕਮਾਉਂਦੀ ਹੈ ਔਰ ਸੰਸਾਰ ਦੇ ਕਾਰ ਵਿਹਾਰ ਵੀ ਬੜੇ ਚੰਗੇ ਤਰੀਕੇ ਦੇ ਨਾਲ ਚਲਾਉਂਦੀ ਹੈ। ਏਦਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜਿਹੜੇ ਗਿਆਨਵਾਨ ਲੋਕ ਨੇ, ਜਿਨ੍ਹਾਂ ਨੂੰ ਸਾਰੀ ਸੋਝੀ ਹੈ, ਉਹਨਾਂ ਦਾ ਜੀਵਨ ਇੱਕ ਫਲ ਦੇ ਵਰਗਾ ਹੁੰਦਾ ਹੈ। ਅਪਰ ਸਥਾਨ ਸੋ ਪਾਵਤ ਨਾਹੀ। ਇਸ ਪ੍ਰਕਾਰ ਉਹ ਹੋਰਾਂ ਥਾਵਾਂ ਤੇ ਜਾ ਜਾ ਕੇ ਨਹੀਂ ਬੈਠਦੇ, ਉਹ ਆਪਣਾ ਜੀਵਨ ਕਿੱਥੇ ਬਤੀਤ ਕਰਨਾ ਚਾਹੁੰਦੇ ਨੇ। ਬਸਹੇ ਸਦਾ ਸਤ ਸੰਗਤ ਮਾਹੀ। ਤੇ ਐਸੇ ਜਿਹੜੇ ਗੁਣਵਾਨ ਲੋਕ ਨੇ ਪਿਤਾ ਜੀ, ਉਹ ਕਿੱਥੇ ਵਸਦੇ ਨੇ? ਉਹ ਸਤ ਸੰਗਤ ਦੇ ਵਿੱਚ ਵਸਦੇ ਨੇ। ਹਰ ਰੋਜ਼ ਆ ਕੇ ਪੂਰੇ ਗੁਰੂ ਦੀ ਸੰਗਤ ਕਰਦੇ ਨੇ। ਹੇ ਪਿਤ ਇੱਕ ਪਰਮਾਤਮਾ ਸਾਰੇ। ਇਹ ਪਿਤਾ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਸੰਸਾਰ ਵਿੱਚ ਰਮਿਆ ਹੈ। ਰਾਗ ਦਵੈਖ ਕਿਉਂ ਕਰੋ ਵਿਚਾਰੇ। ਤੇ ਫਿਰ ਪਿਤਾ ਜੀ ਕਿਸੇ ਦੇ ਨਾਲ ਪ੍ਰੇਮ ਵੀ ਕਾਹਦਾ ਕਰਨਾ ਤੇ ਕਿਸੇ ਦੇ ਨਾਲ ਈਰਖਾ ਵੀ ਕਾਹਦੀ ਕਰਨੀ। ਇਹ ਸਾਰਾ ਸੰਸਾਰ ਝੂਠਾ ਹੈ। ਇਸ ਸੰਸਾਰ ਦੇ ਵਿੱਚ
ਸਾਰਿਆਂ ਹੀ ਜੀਵਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹੈ। ਇਸ ਪ੍ਰਕਾਰ ਇਸ ਨੂੰ ਝੂਠਾ ਜਾਣ ਕੇ ਕਿਸੇ ਨਾਲ ਪ੍ਰੇਮ ਵੀ ਕਾਹਦਾ। ਇਸ ਪ੍ਰਕਾਰ ਤੇ ਸਾਰਿਆਂ ਦੇ ਵਿੱਚ ਪਰਮੇਸ਼ਰ ਜਾਣ ਕੇ ਤੇ ਕਿਸੇ ਦੇ ਨਾਲ ਈਰਖਾ ਵੀ ਕਾਹਦੀ ਕਰਨੀ ਹੈ। ਅਪਰ ਕਲਪਨਾ ਤੇ ਮਨ ਰੋਕੋ। ਇਸ ਲਈ ਜਿਹੜੇ ਮਨ ਦੇ ਫੁਰਨੇ ਹਨ ਤੇ ਵਾਧੂ ਕਲਪਨਾ ਹਨ, ਇਛਾਵਾਂ ਹਨ, ਇਹਨਾਂ ਤੋਂ ਮਨ ਨੂੰ ਰੋਕਣਾ ਚਾਹੀਦਾ ਹੈ। ਸਰਬ ਸਥਾਨ ਏਕ ਅਵਲੋਕ ਹੋ। ਸਾਰਿਆਂ ਸਥਾਨਾਂ ਦੇ ਉੱਪਰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਣਾ ਚਾਹੀਦਾ ਹੈ। ਜਗਤ ਮੋਹਨੀ ਜੋ ਇਹ ਮਾਇਆ। ਤੇ ਜਿਹੜੀ ਇਹ ਸੰਸਾਰ ਦੇ ਵਿੱਚ ਮਾਇਆ ਹੈ, ਇਹ ਤਾਂ ਮਨਾਂ ਨੂੰ ਮੋਹਣ ਵਾਲੀ ਹੈ। ਇਸ ਵਿਦ ਜਨ ਕੋ ਜਿਉ ਤਨ ਛਾਇਆ। ਇਸ ਪ੍ਰਕਾਰ ਜਾਣ ਲਵੋ ਜਿਉ ਤਨ ਛਾਇਆ। ਤੇ ਇਹ ਮਨਾਂ ਨੂੰ ਮੋਹਣ ਵਾਲੀ ਹੈ। ਤੇ ਜਿਵੇਂ ਸਰੀਰ ਦੀ ਛਾਂ ਹੁੰਦੀ ਹੈ ਨਾ, ਸਰੀਰ ਦਾ ਪਰਛਾਵਾਂ ਹੁੰਦਾ ਹੈ, ਏਦਾਂ ਇਹ ਮਾਇਆ ਨਾਲ ਨਾਲ ਰਹਿੰਦੀ ਹੈ। ਸ੍ਰੀ ਕਰਤਾਰ ਸੋ ਭਾਣ ਸਮਾਨਾ। ਜਿਹੜੇ ਇਹ ਸੰਸਾਰ ਦੇ ਪਦਾਰਥ ਹਨ, ਮਾਇਆ ਹੈ, ਇਹ ਪਰਛਾਵੇਂ ਵਰਗੀ ਹੈ। ਤੇ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਇੱਕ ਸੂਰਜ ਵਰਗਾ ਹੈ। ਜਬ ਇਹ ਨਰ ਸਨਮੁਖ ਤਹਿ ਪਿਆਨਾ। ਤੇ ਜਦੋਂ ਇਹ ਮਨੁੱਖ ਸਮਝਦਾਰ ਹੋ ਕਰਕੇ ਸੂਰਜ ਵੱਲ ਨੂੰ ਭਾਵ ਪਰਮੇਸ਼ਰ ਦੇ ਪਰਮਾਰਥ ਦੇ ਰਸਤੇ ਤੇ ਤੁਰਦਾ ਹੈ। ਛਾਇਆ ਸਾਮ ਤਹਿ ਪਿਛੇ ਲਾਗੀ। ਤੇ ਜਿਹੜੀ ਇਹ ਮਾਇਆ ਵਰਗੀ ਛਾਂ ਹੈ ਨਾ, ਪਰਛਾਵਾਂ ਹੈ, ਤੇ ਇਹ ਮਨੁੱਖ ਦੇ ਪਿੱਛੇ ਪਿੱਛੇ ਤੁਰਦਾ ਹੈ। ਜਦੋਂ ਮਨੁੱਖ ਇਸ ਪ੍ਰਕਾਰ ਸੂਰਜ ਵੱਲ ਨੂੰ ਤੁਰਦਾ ਹੈ ਤੇ ਪਰਛਾਵਾਂ ਪਿੱਛੇ ਪਿੱਛੇ ਆਉਂਦਾ ਹੈ। ਇਸ ਪ੍ਰਕਾਰ ਹੀ ਜੀਵ ਜਦੋਂ ਗੁਰੂ ਵੱਲ ਧਰਮ ਦੇ ਰਸਤੇ ਤੇ ਤੁਰਦਾ ਹੈ ਤੇ ਇਹ ਜਿਹੜੀ ਮਾਇਆ ਹੈ, ਪਰਛਾਵੇਂ ਵਾਂਗ ਪਿੱਛੇ ਪਿੱਛੇ ਆਉਂਦੀ ਹੈ। ਮਨ ਨਾ ਆਦਰੈ ਹਰ ਅਨੁਰਾਗੀ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ ਰਤੀ ਭਰ ਵੀ ਇਸ ਮਾਇਆ ਦੇ ਨਾਲ ਪ੍ਰੇਮ ਨਹੀਂ ਕਰਦੇ, ਇਹਨੂੰ ਸਤਿਕਾਰ ਨਹੀਂ ਦਿੰਦੇ। ਹਰ ਦੇ ਪੀਠ ਜੋ ਫੇਰ ਪਿਆਨਾ। ਪਰ ਜਿਹੜੇ ਲੋਕ ਪਰਮੇਸ਼ਰ ਨੂੰ, ਗੁਰੂ ਨੂੰ ਪਿੱਠ ਦਿਖਾ ਦਿੰਦੇ ਨੇ, ਇਸ ਪ੍ਰਕਾਰ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਸੂਰਜ ਦੇ ਵੱਲ ਪਿੱਠ ਕਰਕੇ ਤੁਰਦੇ ਨੇ। ਮਾਇਆ ਗਹਿਨ ਚਾਹੇ ਨਰਆਨਾ। ਤੇ ਫਿਰ ਉਹਨਾਂ ਦੇ ਸਰੀਰ ਦਾ ਪਰਛਾਵਾਂ ਉਹਨਾਂ ਦੇ ਮੂਹਰੇ ਹੋ ਜਾਂਦਾ ਹੈ। ਭਾਵ ਜਿਹੜੇ ਲੋਕ ਗੁਰੂ ਨੂੰ ਪਿੱਠ ਦਿੰਦੇ ਨੇ ਨਾ, ਤੇ ਫਿਰ ਮਾਇਆ ਉਹਨਾਂ ਦੇ ਮੂਹਰੇ ਮੂਹਰੇ ਦੌੜਦੀ ਹੈ। ਤਬ ਛਾਇਆ ਸਮ ਆਗੇ ਧਾਈ। ਇਸ ਪ੍ਰਕਾਰ ਫਿਰ ਮਾਇਆ ਛਾਂ ਦੇ ਵਾਂਗ, ਪਰਛਾਵੇਂ ਵਾਂਗ ਅੱਗੇ ਅੱਗੇ ਜਾਂਦੀ ਹੈ। ਤੇ ਮਨੁੱਖ ਉਸ ਨੂੰ ਪ੍ਰਾਪਤ ਕਰਨ ਵਾਸਤੇ, ਉਸ ਨੂੰ ਪਕੜਨ ਵਾਸਤੇ ਆਪਣਾ ਸਾਰਾ ਜੀਵਨ ਵਿਅਰਥ ਗਵਾਉਂਦਾ ਹੈ। ਕਰੈ ਜਤਨ ਬਹੁ ਕਾਰ ਨਹਿ ਆਈ। ਬਹੁਤੇ ਯਤਨ ਕਰਦਾ ਹੈ ਆਪਣੇ ਪਰਛਾਵੇਂ ਭਾਵ ਮਾਇਆ ਪਦਾਰਥਾਂ ਨੂੰ ਗ੍ਰਹਿਣ ਕਰਨ ਦੇ, ਪਰ ਉਹ ਹੱਥ ਨਹੀਂ ਆਉਂਦੀ। ਜਾਂਦੇ ਸਭ ਕੋ ਜੋ ਹੈ ਮੂਲਾ। ਇਸ ਪ੍ਰਕਾਰ ਜੋ ਸਾਰਿਆਂ ਦਾ ਹੀ ਮੁੱਢ ਹੈ, ਸਾਰਿਆਂ ਦਾ ਹੀ ਬੀਜ ਹੈ। ਸਿਮਰੋ ਪ੍ਰਭੂ ਹੋਏ ਅਨੁਕੂਲਾ। ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਹੈ। ਬਚਨਨ ਕੀ ਰਚਨਾ ਸੁਨ ਕਾਲੂ। ਏਦਾਂ ਗੁਰੂ ਨਾਨਕ ਪਾਤਸ਼ਾਹ ਦੇ ਸੁੰਦਰ ਬਚਨ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਤਜੇ ਬਾਰ ਇੱਕ ਜਗਤ ਜੰਜਾਲੂ। ਇੱਕੋ ਵਾਰ ਚ ਬਾਬੇ ਕਲਿਆਣ ਚੰਦ ਨੇ ਸਾਰਾ ਸੰਸਾਰ ਦਾ ਮੋਹ ਤਿਆਗ ਦਿੱਤਾ ਹੈ। ਨਿਰਮਲ ਮਨ ਹਵੇ ਸਿਮਰਨ ਲਾਗਾ। ਮਨ ਉਜਲ ਹੋਇਆ ਹੈ ਗੁਰੂ ਦਾ ਉਪਦੇਸ਼ ਲੈ ਕਰਕੇ, ਤੇ ਬਾਬਾ ਕਲਿਆਣ ਚੰਦ ਜੀ ਸਿਮਰਨ ਭਗਤੀ ਕਰਨ ਲੱਗੇ ਨੇ। ਉਪਜਿਓ ਗਿਆਨ ਮੋਹ ਤਮ ਭਾਗਾ। ਇਸ ਪ੍ਰਕਾਰ ਜਦੋਂ ਸੂਰਜ ਵਾਂਗ ਗਿਆਨ ਉਪਜਿਆ ਪੈਦਾ ਹੋਇਆ ਹੈ, ਤੇ ਫਿਰ ਜਿਹੜਾ ਅਗਿਆਨ ਰੂਪੀ ਹਨੇਰਾ ਸੀ ਸਾਰਾ ਹੀ ਮਿਟਿਆ ਹੈ। ਨਿਸਬਾਸੁਰ ਹਰ ਸੋਲਿਵ ਲਾਗੀ। ਤੇ ਦਿਨ ਰਾਤ ਹੁਣ ਪਰਮੇਸ਼ਰ ਦੇ ਨਾਮ ਵਿੱਚ ਬਾਬੇ ਕਲਿਆਣ ਚੰਦ ਦੀ ਬਿਰਤੀ ਲੱਗੀ ਰਹਿੰਦੀ ਹੈ। ਹਿਰਦੈ ਦਵੈਤ ਜੇਪੀ ਸਭ ਭਾਗੀ। ਤੇ ਹਿਰਦੇ ਦੇ ਅੰਦਰ ਜੋ ਵੀ ਦਵੈਸ਼ ਭਾਵਨਾ, ਈਰਖਾ ਆਦਿਕ ਮੋਹ ਸੀ, ਸਾਰਾ ਹੀ ਤਿਆਗਿਆ ਹੈ। ਏਕ ਲਖਿਓ ਪਰਮਾਤਮ ਸਾਰੇ। ਤੇ ਸਾਰਿਆਂ ਦੇ ਵਿੱਚ ਹੁਣ ਇੱਕ
ਅਕਾਲ ਪੁਰਖ ਵਾਹਿਗੁਰੂ ਨਜ਼ਰ ਆਉਂਦਾ ਨਾਨਕ ਹੈ। ਕਲਪਨਾ ਕੀਨ ਨਿਵਾਰੇ। ਇਸ ਪ੍ਰਕਾਰ ਜਿਹੜੀਆਂ ਅਨੇਕਾਂ ਤਰ੍ਹਾਂ ਦੇ ਫੁਰਨੇ ਸਨ, ਕਲਪਨਾ ਸਨ, ਸਾਰੀਆਂ ਹੀ ਛੱਡੀਆਂ ਨੇ। ਜਿਉ ਸਰਾਫ ਭੁੱਖ ਨ ਮਤ ਤਿਆਗੇ। ਇਸ ਪ੍ਰਕਾਰ ਜਿਵੇਂ ਸੋਨੇ ਦੇ ਗਹਿਣੇ ਬਣਾਉਣ ਵਾਲਾ ਸੋਨੇ ਨੂੰ ਤਿਆਗ ਦੇਵੇ। ਬੋਲ ਲੇਤ ਕੰਚਨ ਹਿਤ ਪਾਗੇ। ਇਸ ਪ੍ਰਕਾਰ ਕੱਚ ਦੇ ਵਿੱਚੋਂ ਵੀ ਉਸ ਨੂੰ ਸੋਨਾ ਦਿਸਣ ਲੱਗੇ, ਕੱਚ ਦੇ ਵਿੱਚ ਵੀ ਉਸ ਨੂੰ ਸੋਨਾ ਨਜ਼ਰ ਆਵੇ। ਇਸ ਪ੍ਰਕਾਰ ਜਿਨ੍ਹਾਂ ਦੇ ਨਾਲ ਬਾਬਾ ਕਲਿਆਣ ਚੰਦ ਜੀ ਈਰਖਾ ਕਰਦੇ ਸਨ, ਗੁੱਸੇ ਹੁੰਦੇ ਸਨ, ਹੁਣ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਨਜ਼ਰ ਆਉਣ ਲੱਗਾ ਹੈ, ਸਾਰਿਆਂ ਦੇ ਨਾਲ ਪ੍ਰੇਮ ਕਰਦੇ ਨੇ। ਕਿਤਕ ਕਾਲ ਇਸ ਰੀਤ ਬਿਤਾਵਾ। ਕੁਝ ਕੁ ਦਿਨ ਇਸ ਪ੍ਰਕਾਰ ਹੀ ਬਤੀਤ ਹੋਏ ਨੇ। ਸਮਾ ਸਰਾਧ ਕਰਨ ਕੋ ਆਵਾ। ਤੇ ਬਾਬਾ ਕਲਿਆਣ ਚੰਦ ਜੀ ਜੋ ਸ਼ੁਰੂ ਤੋਂ ਲੈ ਕਰਕੇ ਇਸ ਪ੍ਰਕਾਰ ਜਿਹੜਾ ਸਨਾਤਨ ਧਰਮ ਹਿੰਦੂ ਧਰਮ ਦੇ ਧਾਰਨੀ ਸਨ, ਉਹਨਾਂ ਦੀਆਂ ਮਰਿਆਦਾ, ਉਹਨਾਂ ਦੇ ਜੋ ਕਰਮ ਕਾਂਡ ਹਨ, ਉਹਨਾਂ ਨੂੰ ਅਪਣਾ ਕਰਕੇ ਆਪਣਾ ਜੀਵਨ ਬਤੀਤ ਕਰਦੇ ਸਨ। ਉਸੇ ਅਨੁਸਾਰ ਹੀ ਸਮਾਂ ਬਤੀਤ ਹੋਇਆ ਤੇ ਸਰਾਧ ਕਰਨ ਦਾ ਸਮਾਂ ਆਇਆ ਹੈ। ਸਰਬ ਸੌਜ ਕਾਲੂ ਅਨਵਾਈ। ਸਰਾਧ ਤੋਂ ਭਾਵ ਹੁੰਦਾ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਕਿਸੇ ਨੂੰ ਲੰਗਰ ਛਕਾਉਣਾ, ਕਿਸੇ ਨੂੰ ਪ੍ਰਸ਼ਾਦਾ ਛਕਾਉਣਾ। ਇਸ ਪ੍ਰਕਾਰ ਬਾਬਾ ਕਲਿਆਣ ਚੰਦ ਜੀ ਹੁਣਾਂ ਨੇ ਸਾਰੀ ਸਮੱਗਰੀ, ਸਾਰੀ ਗਰੋਸਰੀ ਸ਼ਹਿਰ ਤੋਂ ਭੰਡਾਰਾ ਕਰਨ ਵਾਸਤੇ ਮੰਗਵਾਈ ਹੈ। ਰੀਤ ਸਰਾਧ ਕਰਨੇ ਬਨਵਾਈ। ਤੇ ਜੋ ਸਾਰੀ ਰੀਤ ਮਰਿਆਦਾ ਸਰਾਧ ਕਰਨ ਦੀ ਉਸ ਨੂੰ ਅਪਣਾਉਣ ਲੱਗੇ ਨੇ। ਭੋਜਨ ਕਰਿਓ ਦਿਜਨ ਕੇ ਹਿਤਾ। ਭਗਤਾਂ ਨੂੰ ਛਕਾਉਣ ਵਾਸਤੇ ਬਾਬਾ ਜੀ ਹੁਣਾਂ ਨੇ ਇਸ ਪ੍ਰਕਾਰ ਭੋਜਨ ਤਿਆਰ ਕਰਵਾਇਆ ਹੈ। ਪੀਰ ਭੂਰ ਭਰ ਰਹੀ ਨਿਕੇਤਾ। ਇਸ ਪ੍ਰਕਾਰ ਸਾਰੇ ਹੀ ਘਰ ਦੇ ਵਿੱਚ ਲੋਕਾਂ ਦੀ ਬੜੀ ਭਾਰੀ ਭੀੜ ਲੱਗੀ ਹੈ। ਪੰਡਤ ਇੱਕ ਬੁਲਾਏ ਤਹਿ ਕਾਲਾ। ਉਸੇ ਸਮੇਂ ਬਾਬਾ ਕਲਿਆਣ ਚੰਦ ਨੇ ਇੱਕ ਬੜਾ ਵਿਦਵਾਨ ਪੰਡਤ ਸੱਦਿਆ ਹੈ। ਬੈਠਿਓ ਕਰਨ ਸਰਾਧ ਵਿਸਾਲਾ। ਤੇ ਸਾਰੇ ਜੁੜ ਬੈਠੇ ਨੇ, ਮੰਤਰ ਪੜ੍ਹਨੇ ਸ਼ੁਰੂ ਕਰਨ ਲੱਗੇ ਨੇ, ਸਰਾਧ ਦੀ ਆਰੰਭਤਾ ਕਰਨ ਲੱਗੇ ਨੇ। ਤਬ ਚਲ ਸਹਿਜ ਸੁਭਾਇਕ ਆਏ। ਤੇ ਸੁਤੇ ਸਦ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਸਮੇਂ ਬਾਹਰ ਘਰ ਤੋਂ ਬਾਹਰੋਂ ਘਰ ਚਲ ਆਏ ਨੇ। ਜੇ ਬੇਦੀ ਕੁਲ ਭਾਨ ਸੁਹਾਏ। ਇਸ ਪ੍ਰਕਾਰ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਜੀ ਸੋਭਦੇ ਨੇ। ਪਿਤ ਕੇ ਨਿਕਟ ਬੈਠ ਸੁਖਧਾਮਾ। ਤੇ ਸੁੱਖਾਂ ਦੇ ਕਰ ਗੁਰੂ ਨਾਨਕ ਦੇਵ ਜੀ ਘਰੇ ਲੱਗੀ ਹੋਈ ਭੀੜ ਨੂੰ ਵੇਖਦੇ ਨੇ ਤੇ ਆਪਣੇ ਪਿਤਾ ਦੇ ਕੋਲ ਆ ਕੇ ਬੈਠਦੇ ਨੇ। ਬਚਨ ਭਾਨੇ ਤਹਿ ਛਿਨ ਅਬਰਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਤਾਈਂ ਪੁੱਛਦੇ ਨੇ। ਪਰਚੇ ਕੌਣ ਕਾਜ ਮਹਿਤਾਤਾ। ਕਿ ਪਿਤਾ ਜੀ ਇਹ ਤੁਸੀਂ ਕੀ ਕਾਰਜ ਕਰਨ ਲੱਗੇ ਹੋ ਜੋ ਇੰਨੀ ਭੀੜ ਹੈ। ਪੀਰ ਅਜਰ ਰਹੀਏ ਬਿਰਤਾਂਤਾ। ਮੈਨੂੰ ਸਾਰੀ ਗੱਲ ਦੱਸੋ, ਕਿਸ ਕਾਰਨ ਇਹ ਲੋਕ ਆਪਣੇ ਘਰ ਵਿੱਚ ਇਕੱਠੇ ਹੋਏ ਨੇ। ਸੁਣ ਕਰ ਕਾਲੂ ਬਚਨ ਉਚਾਰੇ। ਤੇ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਸਤਿਗੁਰਾਂ ਤਾਈਂ ਕਹਿੰਦੇ ਨੇ। ਪਿਤਰਨ ਕੇਰ ਸਰਾਧ ਹਮਾਰੇ। ਇਹ ਪੁੱਤਰ ਜੀ, ਜਿਹੜੇ ਸਾਡੇ ਵੱਡੇ ਵਡੇਰੇ ਤੇਰੇ ਦਾਦੇ ਪੜਦਾਦੇ ਗੁਜ਼ਰ ਗਏ ਸਨ, ਮਰ ਗਏ ਸਨ, ਅਸੀਂ ਸਾਲ ਬਾਅਦ ਉਹਨਾਂ ਦਾ ਸਰਾਧ ਕਰਦੇ ਹਾਂ। ਦਿਵਸ ਆਜ ਕੇ ਕਰਹਿ ਸਦਾਈ। ਅੱਜ ਦੇ ਦਿਨ ਉਹਨਾਂ ਨੂੰ ਅਸੀਂ ਭੋਜਨ ਛਕਾਉਂਦੇ ਹਾਂ। ਇਹ ਸੁਭ ਰੀਤ ਸਰਤੀ ਹੈ ਗਾਨਾ ਗਾਈ। ਇਹ ਜੋ ਸਾਰੀ ਰੀਤ ਮਰਿਆਦਾ ਜੋ ਵੇਦ ਪੁਰਾਣ ਗ੍ਰੰਥ ਹਨ ਉਹਨਾਂ ਨੇ ਦੱਸੀ ਹੈ। हे ਪਿਤ ਸਤ ਬਚਨ ਤੁਮ ਮਾਨਹੁ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਇਹ ਪਿਤਾ ਜੀ, ਤੁਸੀਂ ਮੇਰੇ ਵਚਨਾਂ ਨੂੰ ਸੱਚ ਕਰਕੇ ਜਾਣੋ। ਪੁੰਨਵਾਨ ਅਤਸੈ ਨਿਜ ਜਾਣਹੁ। ਤੁਸੀਂ ਤਾਂ ਆਪਣੇ ਆਪ ਨੂੰ ਬੜੇ ਵੱਡਿਆਂ ਭਾਗਾਂ ਵਾਲੇ ਜਾਣੋ ਜੀ। ਪਿਤਰ ਗਏ ਤੁਮਰੇ ਅਸਥੌਰੀ। ਜਿਹੜੇ ਸਾਡੇ ਦਾਦੇ ਪੜਦਾਦੇ ਹਨ, ਜੋ ਸਾਡੇ ਬਜ਼ੁਰਗ ਹਨ, ਉਹ ਸਾਰੇ ਹੀ ਸੱਚਖੰਡ ਦੇ ਵਾਸੀ ਹੋਏ ਨੇ। ਭੂਖ ਪਿਆਸ
ਦਾਸ ਜਹਾਨ ਹੈ ਥੋਰੀ। ਤੇ ਜੋ ਪਰਮੇਸ਼ਰ ਦੀ ਗੋਦ ਵਿੱਚ ਵਿਰਾਜਦੇ ਹਨ, ਸਿਮਰਨ ਕਰਦੇ ਨੇ, ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗਦੀ। ਨਾਹੀ ਸਰਾਧ ਕੀ ਕਰਤ ਉਡੀਕਾ। ਤੇ ਨਾ ਹੀ ਸਾਲ ਬਾਅਦ ਜੋ ਤੁਸੀਂ ਸਰਾਧ ਕਰਦੇ ਹੋ, ਉਹਨਾਂ ਤਾਈਂ ਭੋਜਨ ਪਹੁੰਚਾਉਂਦੇ ਹੋ, ਉਹ ਇਸ ਦੀ ਉਡੀਕ ਨਹੀਂ ਕਰਦੇ। ਰਹਿਤ ਸਦੀਵ ਤਹਾਂ ਸੁਖਨੀਕਾ। ਉਹ ਤਾਂ ਹਮੇਸ਼ਾ ਹੀ ਬੰਦਗੀ ਦੇ ਨਾਲ ਰੱਜੇ ਰਹਿੰਦੇ ਨੇ, ਪਰਮੇਸ਼ਰ ਦੇ ਚਰਨਾਂ ਪਾਸ ਬਿਰਾਜੇ ਨੇ। ਜਿਨ ਕੇ ਪਿਤਰ ਆਸਨ ਜਲ ਚਹਈ। ਤੇ ਜਿਹੜੇ ਲੋਕ ਇਹ ਸਮਝਦੇ ਨੇ ਕਿ ਸਾਡੇ ਜਿਹੜੇ ਬਜ਼ੁਰਗ ਹਨ ਉਹ ਭੁੱਖੇ ਮਰਦੇ ਨੇ, ਉਹਨਾਂ ਨੂੰ ਪ੍ਰਸ਼ਾਦੇ ਦੀ ਲੋੜ ਹੈ। ਕਰਨ ਸਰਾਧ ਤਨਹਿ ਕੋ ਅਹਈ। ਉਹ ਜਿੰਨੇ ਮਰਜ਼ੀ ਸਰਾਧ ਕਰੀ ਜਾਣ, ਉਹਨਾਂ ਦੀ ਮਰਜ਼ੀ ਹੈ। ਜਿਨ ਕੇ ਮਨ ਅਭਲਾਖਾ ਨਾਹੀ। ਤੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਇੱਛਾ ਨਹੀਂ, ਇਹ ਸੋਚ ਨਹੀਂ ਕਿ ਸਾਡੇ ਜੋ ਦਾਦੇ ਪੜਦਾਦੇ ਸਾਡਾ ਸਾਲ ਬਾਅਦ ਪ੍ਰਸ਼ਾਦਾ ਉਡੀਕਦੇ ਨੇ, ਜੋ ਅਸੀਂ ਉਹਨਾਂ ਦੀ ਰੋਟੀ ਕਰਦੇ ਹਾਂ। ਕਰੈ ਸਰਾਧ ਸੰਤਤ ਕਿਉ ਤਾਹੀ। ਤੇ ਫਿਰ ਪਿਤਾ ਜੀ ਉਹਨਾਂ ਦੇ ਧੀ ਪੁੱਤਰ ਉਹਨਾਂ ਦੇ ਸਰਾਧ ਕਿਉਂ ਕਰਨ ਜੀ। ਆਪ ਸਭ ਦਿਜ ਕੋ ਦਿਹੁ ਆਹਾਰਾ। ਪਰ ਹੁਣ ਤੁਸੀਂ ਭੋਜਨ ਤਿਆਰ ਕਰੀ ਬੈਠੇ ਹੋ, ਇਹਨੂੰ ਸੁੱਟ ਤਾਂ ਨਹੀਂ ਸਕਦੇ, ਤੁਸੀਂ ਭਾਰੀ ਖਰਚਾ ਕੀਤਾ ਹੈ। ਇਸ ਵਾਰ ਇਹ ਸਾਰਾ ਭੋਜਨ ਆਏ ਲੋਕਾਂ ਤਾਈਂ ਛਕਾ ਦੇਵੋ। ਕਰਨੋ ਸਰਾਧ ਤਜਹੁ ਵਿਵਹਾਰਾ। ਪਰ ਇਸ ਤੋਂ ਬਾਅਦ ਕਦੇ ਵੀ ਇਸ ਘਰ ਵਿੱਚ ਸਰਾਧ ਨਹੀਂ ਕਰਨਾ ਜੀ। ਕਾਲੂ ਕਹੈ ਬਿਨਾ ਚਖ ਦੇਖੇ। ਤੇ ਬਾਬਾ ਕਲਿਆਣ ਚੰਦ ਜੀ ਕਹਿੰਦੇ, ਪੁੱਤਰ ਜੀ ਜਿੰਨਾ ਸਮਾਂ ਮੈਂ ਅੱਖਾਂ ਨਾਲ ਨਹੀਂ ਵੇਖਦਾ, ਮੁਝੇ ਪ੍ਰਤੀਤ ਨ ਆਏ ਬਸੇਖੇ। ਇਹ ਜੋ ਸਾਡੇ ਬਜ਼ੁਰਗ ਹਨ, ਸਾਡੇ ਦਾਦੇ ਪੜਦਾਦੇ ਨੇ, ਇਸ ਪ੍ਰਕਾਰ ਉਹ ਸੱਚਖੰਡ ਦੇ ਵਾਸੀ ਬਣੇ ਨੇ। ਜਿੰਨਾ ਸਮਾਂ ਮੈਂ ਅੱਖਾਂ ਨਾਲ ਨਹੀਂ ਵੇਖਦਾ, ਮੈਨੂੰ ਵਿਸ਼ਵਾਸ ਨਹੀਂ ਆਵੇਗਾ। ਇਸ ਪ੍ਰਕਾਰ ਕੀ ਸੋਧ ਜੋ ਸੁਣਾਵੋ। ਤੇ ਇਸ ਪ੍ਰਕਾਰ ਜੋ ਤੁਸੀਂ ਮੈਨੂੰ ਇਹ ਦੱਸ ਰਹੇ ਹੋ, ਜਹਾਂ ਪਿਤਰ ਸੋ ਠੌਰ ਦਿਖਾਵੋ। ਜਾਂ ਤਾਂ ਮੇਰਾ ਵਿਸ਼ਵਾਸ ਜਿੱਤਣ ਵਾਸਤੇ ਮੈਨੂੰ ਦਿਖਾਓ ਕਿ ਸਾਡੇ ਜੋ ਪਹਿਲੇ ਬਜ਼ੁਰਗ ਹਨ ਉਹ ਕਿੱਥੇ ਨੇ। ਦੇਖ ਲਿਓ ਮੈਂ ਆਏ ਭਰੋਸੋ। ਜਦੋਂ ਮੈਂ ਅੱਖਾਂ ਨਾਲ ਵੇਖ ਲਵਾਂਗਾ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੇ ਯਕੀਨ ਆਵੇਗਾ। ਕਹੋ ਜੋ ਤੁਮ ਤਬ ਬਹੁਰ ਕਰੋ ਸੋ। ਤੇ ਫਿਰ ਪੁੱਤਰ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਤੁਹਾਡੀ ਮੰਨਾਂਗਾ, ਮੁੜ ਕੇ ਸਰਾਧ ਨਹੀਂ ਕਰਦਾ। ਸੁਣ ਕਰ ਬੋਲੇ ਕਿਰਪਾ ਨਿਧਾਨਾ। ਸੁਣ ਕਰਕੇ ਕਿਰਪਾ ਦੇ ਘਰ ਮਹਾਰਾਜ ਬੋਲੇ ਨੇ, ਜੇ ਤੂੰ ਦੇਖਿਓ ਚਾਹੋ ਸੋ ਥਾਨਾ। ਕਿ ਪਿਤਾ ਜੀ ਜੇਕਰ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੇਖਣਾ ਚਾਹੁੰਦੇ ਹੋ, ਦੋਨ ਬਿਲੋਚਨ ਮੁੰਦੁ ਅਬਹੀ। ਆਪਣੀਆਂ ਦੋਨੇ ਅੱਖਾਂ ਨੂੰ ਬੰਦ ਕਰਨਾ ਕਰੋ ਜੀ। ਪਿਤਰ ਬਿਲੋਕੋ ਬੈਠੇ ਸਭਹੀ। ਤੇ ਫਿਰ ਆਪਣੇ ਧਿਆਨ ਦੇ ਨਾਲ ਆਪਣੇ ਪਿਓ ਦਾਦੇ ਬਜ਼ੁਰਗਾਂ ਨੂੰ ਤੁਸੀਂ ਵੇਖੋਗੇ। ਕਰ ਨਿਸ਼ਚਾ ਮਾਨਿਓ ਮਨ ਬਚਨਾ। ਇਸ ਪ੍ਰਕਾਰ ਮੇਰਿਆਂ ਬਚਨਾਂ ਉੱਪਰ ਵਿਸ਼ਵਾਸ ਕਰੋ, ਨਿਹਚਾ ਕਰਕੇ ਮੰਨਣਾ ਕਰੋ ਜੀ। ਲੋਚਨ ਮੂੰਦ ਵੇਖੀ ਸੁਠ ਰਚਨਾ। ਇਸ ਪ੍ਰਕਾਰ ਜਦੋਂ ਬਾਬਾ ਕਲਿਆਣ ਚੰਦ ਨੇ ਦੋਨੋਂ ਅੱਖਾਂ ਬੰਦ ਕੀਤੀਆਂ ਨੇ ਤੇ ਸੱਚਖੰਡ ਦਾ ਸੁੰਦਰ ਕੌਤਕ ਵੇਖਿਆ ਹੈ। ਜਹ ਬੈਕੁੰਠ ਭਗਤ ਬਡਵਾਸਾ। ਜਿਸ ਸੱਚਖੰਡ ਦੇ ਵਿੱਚ ਬੜੇ ਉੱਚ ਪਦਵੀ ਦੇ ਜੋ ਭਗਤ ਲੋਕਾਂ ਦਾ ਵਾਸਾ ਹੈ। ਕੰਚਨ ਮਨ ਮਾਏ ਰੁਚਰ ਅਵਾਸਾ। ਜਿੱਥੇ ਸੋਨੇ ਦੀਆਂ ਬੜੀਆਂ ਜੜੀਆਂ ਹੋਈਆਂ ਨੇ, ਬੜਾ ਸੁੰਦਰ ਸੱਚਖੰਡ ਦਿਖਾਈ ਦਿੰਦਾ ਹੈ। ਤਹਾਂ ਪਿਤਰ ਦੇਖੇ ਸਭ ਜਾਈ। ਇਸ ਪ੍ਰਕਾਰ ਬਾਬਾ ਕਲਿਆਣ ਚੰਦ ਨੇ ਆਪਣੀ ਸੂਖਮ ਅਵਸਥਾ ਦੇ ਨਾਲ, ਇਸ ਪ੍ਰਕਾਰ ਆਪਣੇ ਧਿਆਨ ਦੇ ਨਾਲ ਆਪਣੇ ਬਜ਼ੁਰਗਾਂ ਨੂੰ ਵੇਖਿਆ ਹੈ। ਇਸ ਨੂੰ ਦੇਖ ਉਠੇ ਸਮੁਦਾਈ। ਜਦੋਂ ਬਾਬਾ ਕਲਿਆਣ ਚੰਦ ਜੀ ਆਪਣੇ ਧਿਆਨ ਦੇ ਨਾਲ ਸੱਚਖੰਡ ਵਿੱਚ ਪ੍ਰਵੇਸ਼ ਕੀਤੇ ਨੇ ਤੇ ਸਾਰੇ ਹੀ ਜੋ ਬਜ਼ੁਰਗ ਸਨ ਉੱਠ ਖੜੇ ਹੋਏ ਨੇ। ਕਰ ਕਾਲੂ ਕੋ ਬਹੁ ਸਨਮਾਨਾ। ਤੇ ਬਾਬਾ ਕਲਿਆਣ ਚੰਦ ਜੀਆਂ ਦਾ ਬੜਾ ਸਤਿਕਾਰ ਕੀਤਾ ਹੈ। ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ। ਇਸ ਪ੍ਰਕਾਰ ਬੜੇ ਕੋਮਲ ਮਿੱਠੇ ਬਚਨ ਉਹ ਬਜ਼ੁਰਗ ਬੋਲੇ ਨੇ। ਧੰਨ ਧੰਨ ਤੁਮਾਰੇ
ਤੁਮਾਰੀ ਕਰਤੂਤਾ ਕਿ ਬਾਬਾ ਕਲਿਆਣ ਚੰਦ ਹੈ ਸਾਡੇ ਪੁੱਤਰ ਤੁਸੀਂ ਧਨ ਹੋ, ਤੁਹਾਡੀ ਜੋ ਕਰਨੀ ਧਨ ਹੈ। ਜਿਤੇ ਉਪਜਿਓ ਸਦਨ ਸਪੂਤਾ ਜਿਸ ਭਗਤੀ ਦੇ ਨਾਲ ਤੁਹਾਡਾ ਜੀਵਨ ਧਨ ਹੋਇਆ ਹੈ ਔਰ ਤੁਹਾਡੇ ਘਰ ਦੇ ਵਿੱਚ ਸ੍ਰੇਸ਼ਟ ਪੁੱਤਰ ਗੁਰੂ ਨਾਨਕ ਜਨਮਿਆ ਹੈ। ਸਭ ਪਿਤਰਨ ਕੋ ਕੀਨ ਉਧਾਰਾ ਤੇ ਜੋ ਤੁਹਾਡੇ ਘਰ ਦੇ ਵਿੱਚ ਇੱਕ ਭਗਤ ਜੰਮਿਆ ਹੈ ਜਿਸ ਦੇ ਕਾਰਨ ਸਾਡੀਆਂ ਸਾਰੀਆਂ ਕੁੱਲਾਂ ਦਾ ਉਧਾਰ ਹੋਇਆ ਹੈ। ਪਹੁੰਚਾਏ ਪ੍ਰਭ ਕੇ ਦਰਬਾਰਾ ਇਸ ਪ੍ਰਕਾਰ ਗੁਰੂ ਨਾਨਕ ਦੇ ਪ੍ਰਕਾਸ਼ ਦੇ ਨਾਲ ਜੋ ਸਾਡਾ ਕੁੱਲ ਪਰਿਵਾਰ ਹੈ ਉਹ ਸਾਰਾ ਹੀ ਸਤਿਖੰਡ ਦਾ ਵਾਸੀ ਬਣਿਆ ਹੈ। ਕਾਲੂ ਕਹੇ ਕਿਤਕ ਭਾਕਾਲਾ ਬਾਬਾ ਕਲਿਆਣ ਚੰਦ ਜੀ ਪੁੱਛਣ ਲੱਗੇ ਕਿ ਕਿੰਨਾ ਕੁ ਸਮਾਂ ਹੋਇਆ ਹੈ। ਤੁਮਨੇ ਪਾਇਓ ਅੰਤ ਵਿਸਾਲਾ ਜੋ ਆਪ ਜੀ ਸੱਚਖੰਡ ਦਾ ਆਨੰਦ ਮਾਣ ਰਹੇ ਹੋ। ਬਸੇ ਆਨ ਸ੍ਰੀ ਹਰਿ ਕੇ ਲੋਕਾ ਕਦੋਂ ਤੋਂ ਤੁਸੀਂ ਸੱਚਖੰਡ ਦੇ ਵਿੱਚ ਵਸ ਰਹੇ ਹੋ। ਜਹਮਤ ਮਾਨ ਮੋਹ ਨਹਿ ਸੋਗਾ ਜਿਸ ਸੱਚਖੰਡ ਦੇ ਵਿੱਚ ਵਿਕਾਰ ਵਿਸ਼ਿਆਂ ਵਰਗੀ ਤਾਂ ਕੋਈ ਚੀਜ਼ ਹੀ ਨਹੀਂ, ਮੋਹ ਵਰਗੀ ਇਸ ਪ੍ਰਕਾਰ ਕੋਈ ਵੀ ਚੀਜ਼ ਨਹੀਂ ਹੈ। ਕਾਲੂ ਜਬ ਸਦਨ ਤੁਮਾਰੇ ਤੇ ਉਹ ਸਾਰੇ ਜਿਹੜੇ ਬਜ਼ੁਰਗ ਸਨ ਕਹਿਣ ਲੱਗੇ ਨੇ ਬਾਬਾ ਕਲਿਆਣ ਚੰਦ ਨੂੰ ਕਿ ਸੁਣੋ ਕਾਲੂ ਜੀ, ਜਦੋਂ ਦਾ ਤੁਹਾਡੇ ਘਰ ਦੇ ਵਿੱਚ ਅਵਤਰਿਓ ਸ੍ਰੀ ਏਕੰਕਾਰੇ ਇੱਕ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕਰਕੇ ਅਵਤਾਰ ਧਾਰਿਆ ਹੈ। ਤਬ ਕੇ ਆਨ ਬਸੇ ਇਹ ਥਾਨਾ ਉਦੋਂ ਤੋਂ ਅਸੀਂ ਸੱਚਖੰਡ ਦੇ ਵਾਸੀ ਹੋਏ ਹਾਂ। ਅਚੁੱਤ ਪਦਵੀ ਆਨੰਦ ਮਹਾਨਾ ਉਦੋਂ ਤੋਂ ਅਸੀਂ ਐਸੀ ਉੱਚੀ ਪਦਵੀ ਪਾਈ ਹੈ, ਆਨੰਦ ਮਾਣਦੇ ਹਾਂ। ਸੋਤ ਕੋ ਸੋਤ ਨਾ ਜਾਣ ਬੜ ਭਾਗੀ ਇਹ ਕਾਲੂ ਤੋਂ ਆਪਣੇ ਪੁੱਤਰ ਨੂੰ ਕੇਵਲ ਇੱਕ ਪੁੱਤਰ ਨਾ ਜਾਣ, ਵੱਡਿਆਂ ਭਾਗਾਂ ਵਾਲਿਆ। ਹਰਸੋ ਲਖੋ ਹੋ ਅਨੁਰਾਗੀ ਜੋ ਤੇਰਾ ਪੁੱਤਰ ਗੁਰੂ ਨਾਨਕ ਹੈ ਉਹ ਤਾਂ ਇੱਕ ਪਰਮੇਸ਼ਰ ਰੂਪ ਹੈ, ਪਰਮੇਸ਼ਰ ਹੈ ਤੇ ਉਸ ਦੇ ਚਰਨਾਂ ਦੇ ਨਾਲ ਪ੍ਰੇਮ ਕਰਨਾ ਕਰ। ਸੁਣ ਬੱਜ ਸੁਖ ਪਿੱਕੇ ਸਮੁਦਾਈ ਇਸ ਪ੍ਰਕਾਰ ਜਦੋਂ ਐਸੇ ਬਚਨ ਸੁਣੇ ਨੇ ਬਾਬਾ ਕਲਿਆਣ ਚੰਦ ਨੇ ਬੜੇ ਸੁਖ ਪਾਏ ਨੇ। ਰਹਿਓ ਸੋ ਕਾਲੂ ਔਰ ਵਿਸਮਾਈ ਤੇ ਬਾਬਾ ਕਲਿਆਣ ਚੰਦ ਜੀ ਸੱਚਖੰਡ ਵਿੱਚ ਐਸੇ ਬਚਨ ਵਿਲਾਸ ਕਰਦੇ ਹੈਰਾਨ ਹੁੰਦੇ ਨੇ। ਤਦਨੇ ਕੀ ਅਬਲਾਖ ਨਾ ਕਰਈ ਇਸ ਪ੍ਰਕਾਰ ਸੱਚਖੰਡ ਤੋਂ ਵਾਪਸ ਆਉਣ ਦੀ ਇੱਛਾ ਬਣਦੀ ਨਹੀਂ। ਰਹੋ ਇਹਾਂ ਮੈਂ ਹਿਰਦੇ ਵਿਚਰਈ ਤੇ ਮਨ ਦੇ ਅੰਦਰ ਵਿਚਾਰਾਂ ਕਰਦਾ ਹੈ ਬਾਬਾ ਕਲਿਆਣ ਚੰਦ ਕਿ ਮੈਂ ਵੀ ਸੱਚਖੰਡ ਦੇ ਵਿੱਚ ਹੀ ਰਹਾ ਜੀ। ਆਨੰਦ ਦਿਖਾਏ ਵੱਡੋ ਜਗਨਾਥਾ ਤੇ ਜਗਤ ਸੁਆਮੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਪਿਤਾ ਨੂੰ ਬੜਾ ਆਨੰਦ ਦਿਖਾਇਆ ਹੈ। ਪਿਤ ਕੋ ਕਹਿਓ ਹਾਥ ਦੇ ਮਹਾਥਾ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਤਾ ਦਾ ਹੱਥ ਆਪਣੇ ਹੱਥਾਂ ਵਿੱਚ ਪਕੜ ਕਰਕੇ ਹਿਲਾਇਆ ਹੈ। ਦਰਸ਼ਨ ਮੈਂ ਲੋਚਨ ਖੁਲਵਾਏ ਇਸ ਪ੍ਰਕਾਰ ਆਪਣੇ ਪਿਤਾ ਦੀ ਬਿਰਤੀ ਸੱਚਖੰਡ ਤੋਂ ਤੋੜੀ ਹੈ, ਧਿਆਨ ਵਾਪਸ ਲਿਆਂਦਾ, ਨੇਤਰ ਖਿਲਾਏ ਨੇ। ਸ੍ਰੀ ਮੁਖ ਸੋ ਅਸ ਬਚਨ ਅਲਾਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਕਲਿਆਣ ਚੰਦ ਤਾਈਂ ਪੁੱਛਦੇ ਨੇ ਦੇਖੇ ਪਿੱਤਰ ਕਿਦੋਂ ਤੁਮ ਨਾਹੀ ਕਿ हे ਪਿਤਾ ਜੀ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਵੇਖ ਆਏ ਹੋ ਜਾਂ ਨਹੀਂ। ਕਹੋ ਬਿਰਤਾਂਤ ਸਭੇ ਹਮ ਪਾਹੀ ਇਸ ਪ੍ਰਕਾਰ ਜੋ ਜੋ ਤੁਸੀਂ ਵੇਖ ਕੇ ਆਏ ਹੋ ਮੈਨੂੰ ਸਾਰਾ ਦੱਸਣਾ ਕਰੋ ਜੀ। ਕਾਲੂ ਕੋ ਸਭ ਸੰਸੈ ਭਾਗਾ ਤੇ ਬਾਬਾ ਕਲਿਆਣ ਚੰਦ ਦੇ ਜੋ ਮਨ ਦੇ ਅੰਦਰ ਸ਼ੰਕੇ ਸਾਰੇ ਹੀ ਦੂਰ ਹੋਏ ਨੇ। ਜਾਨ ਪ੍ਰਭੂ ਕੋ ਮਨ ਅਨੁਰਾਗਾ ਇਸ ਪ੍ਰਕਾਰ ਪਰਮੇਸ਼ਰ ਰੂਪ ਜਾਣ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਬਾਬਤ ਪ੍ਰੇਮ ਜਾਗਿਆ ਹੈ। ਕਹਿਣ ਲੱਗਿਓ ਮੈਂ ਸਭ ਹੀ ਦੇਖੇ ਤੇ ਕਹਿਣ ਲੱਗੇ ਪੁੱਤਰ ਗੁਰੂ ਨਾਨਕ ਮੈਂ ਸੱਚਖੰਡ ਸਾਰਾ ਵੇਖਿਆ ਹੈ। ਬਸੇ ਤਹਾਂ ਜਹ ਆਨੰਦ ਵਸੇਖੇ ਬੜੇ ਆਨੰਦ ਦੇ ਨਾਲ ਸਾਡੇ ਸਾਰੇ ਹੀ ਜੋ ਬਜ਼ੁਰਗ ਉੱਥੇ ਵਸ ਰਹੇ ਨੇ। ਆਪ ਕਰ ਕਿਰਪਾ ਮੁਝੇ ਤਹ ਥਾਨਾ ਤੇ ਪੁੱਤਰ ਜੀ ਜੇਕਰ ਤੁਸੀਂ ਮੇਰੇ ਤੇ ਕਿਰਪਾ ਕਰਦੇ ਹੋ ਪਹੁੰਚਾਵੋ ਤੁਮ ਮਿਆ ਨਿਧਾਨਾ
ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਸੱਚਖੰਡ ਭੇਜ ਦੇਵੋ ਜੀ। ਮਲ ਮੂਤਰ ਕੀ ਤਜ ਕਰਦੇ ਹਾਂ। ਜਿਹੜੀ ਆ ਪੰਜ ਭੂਤਕ ਦੇਹ ਹੈ, ਮਲ ਮੂਤਰ ਦੀ ਮੈਲ ਦੀ ਭਰੀ ਹੋਈ, ਇਸ ਨੂੰ ਛੱਡ ਕਰਕੇ ਪਹੁੰਚੋ ਤਹਾਂ ਚਾਹੇ ਮਮ ਏਹਾ। ਮੇਰੇ ਮਨ ਦੀ ਇੱਛਾ ਹੈ, ਇਸ ਦੇਹੀ ਨੂੰ ਤਿਆਗ ਕਰਕੇ ਮੈਂ ਵੀ ਸੱਚਖੰਡ ਵਿੱਚ ਵਾਸਾ ਕਰਾਂ ਜੀ। ਸੁਰਹੁ ਪਿਤਾ ਤਬ ਬੈਸ ਬਿਹਾਈ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪਿਤਾ ਜੀ ਤੁਸੀਂ ਆਪਣਾ ਜੀਵਨ ਬਹੁਤਾ ਬਤੀਤ ਕਰ ਲਿਆ ਹੈ। ਕਿਤਕ ਦਿਵਸ ਮੈਂ ਪਹੁੰਚੇ ਉਚਾਈ। ਬਸ ਹੁਣ ਤੁਹਾਡਾ ਜੀਵਨ ਕੁਝ ਕੁ ਦਿਨਾਂ ਦਾ ਬਾਕੀ ਰਿਹਾ ਹੈ, ਉਹ ਬਤੀਤ ਕਰ ਲਵੋ ਤੇ ਛੇਤੀ ਅਕਾਲ ਚਲਾਣਾ ਕਰੋਗੇ ਤੇ ਸੱਚਖੰਡ ਦੇ ਵਾਸੀ ਬਣ ਜਾਵੋਗੇ। ਆਪ ਉੱਠ ਕੇ ਸਭ ਭੋਜਨ ਖਵਾਵੋ। ਤੇ ਹੁਣ ਤੁਸੀਂ ਜਿਹੜਾ ਭੋਜਨ ਤਿਆਰ ਕੀਤਾ ਹੈ, ਉਹ ਸਾਰਿਆਂ ਤਾਈਂ ਛਕਾਉਣਾ ਕਰੋ ਜੀ। ਬਹੁਰ ਬੈਠ ਹਰ ਕੇ ਗੁਣ ਗਾਵੋ। ਤੇ ਜਿੰਨੇ ਕੁ ਦਿਨ ਤੁਹਾਡੇ ਕੋਲ ਬਚੇ ਨੇ, ਪਰਮੇਸ਼ਰ ਦਾ ਨਾਮ ਜਪਣਾ ਕਰੋ ਜੀ। ਬਚਨ ਮਾਨ ਉਠ ਦੀਨ ਆਹਾਰਾ। ਸੁਣ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਬਾਬਾ ਕਲਿਆਣ ਚੰਦ ਜੀ ਭੋਜਨ ਵਰਤਾਉਣ ਲੱਗੇ ਨੇ। ਜੋ ਤਹਿ ਆਏ ਸਭ ਕੋ ਖਵਾਰਾ। ਜੋ ਵੀ ਘਰ ਦੇ ਵਿੱਚ ਗਰੀਬ ਗੁਰਬਾ ਚਲ ਆਉਂਦਾ ਹੈ, ਸਾਰਿਆਂ ਤਾਈਂ ਛਕਾਉਂਦੇ ਨੇ। ਕਿਤਕ ਦਿਵਸ ਜਬ ਬਹੁਰ ਬਿਤਾਏ। ਇਸ ਪ੍ਰਕਾਰ ਜਦੋਂ ਕੁਝ ਕੁ ਦਿਨ ਉਹ ਵੀ ਬਤੀਤ ਹੋ ਗਏ ਨੇ, ਆਪ ਸਮਾਂ ਪਹੁੰਚਿਓ ਤਬ ਆਏ। ਤੇ ਬਾਬਾ ਕਲਿਆਣ ਚੰਦ ਗੁਰੂ ਨਾਨਕ ਦੇਵ ਜੀਆਂ ਦੇ ਪਿਤਾ ਦਾ ਅੰਤਲਾ ਸਮਾਂ ਆਇਆ ਹੈ। ਜਿਉ ਗਜ ਫੂਲ ਮਾਲ ਕੋ ਡਾਰੇ। ਇਸ ਪ੍ਰਕਾਰ ਜਿਵੇਂ ਹਾਥੀ ਆਪਣੀ ਸੁੰਡ ਦੇ ਨਾਲ ਗਲ ਵਿੱਚ ਪਾਈ ਮਾਲਾ ਨੂੰ ਤੋੜ ਦਿੰਦਾ ਹੈ, ਫੁੱਲਾਂ ਨੂੰ ਤੋੜ ਦਿੰਦਾ ਹੈ। ਤਿਉ ਤਨ ਤਾਜ ਬੈਕੁੰਠ ਪਧਾਰੇ। ਇਦਾਂ ਬੜੇ ਸੌਖੇ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀਆਂ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਇਸ ਮਾਤ ਲੋਕ ਨੂੰ ਛੱਡ ਕੇ ਪਰਲੋਕ ਸਿਧਾਰੇ ਨੇ। ਸ੍ਰੀ ਨਾਨਕ ਉਤਮ ਵਿਦ ਸੰਗਾ। ਗੁਰੂ ਨਾਨਕ ਦੇਵ ਜੀਆਂ ਨੇ ਐਸੀ ਕਿਰਪਾ ਕੀਤੀ ਹੈ ਕਿ ਬਾਬਾ ਕਲਿਆਣ ਚੰਦ ਨੇ ਉੱਚ ਪਦਵੀ ਪਾਈ, ਸੱਚਖੰਡ ਦੇ ਵਾਸੀ ਬਣੇ ਨੇ। ਪੈਟ ਕੋ ਦਾਹ ਕੀਓ ਸਰਬੰਗਾ। ਆਪਣੇ ਪਿਤਾ ਤਾਈਂ ਸਤਿਗੁਰਾਂ ਨੇ ਸੱਚਖੰਡ ਭੇਜਿਆ ਹੈ। ਕਿਤਕ ਦਿਵਸ ਤਹਿ ਕੇ ਪਛਾਤੀ। ਤੇ ਜਦੋਂ ਪਿਤਾ ਨੂੰ ਪਰਲੋਕ ਸੁਧਾਰਿਆ, ਕੁਝ ਕੁ ਦਿਨ ਬਤੀਤ ਹੋ ਗਏ ਨੇ। ਤ੍ਰਿਪਤਾ ਤਜੀ ਦੇਖੇ ਸੁਭ ਭਾਂਤੀ। ਤੇ ਗੁਰੂ ਨਾਨਕ ਦੇਵ ਜੀਆਂ ਦੇ ਮਾਤਾ ਤ੍ਰਿਪਤਾ ਜੀ ਵੀ ਪਰਲੋਕ ਸੁਧਾਰੇ ਨੇ। ਤਿਨ ਕੋ ਦਾਹ ਕੀਨ ਸੁਭ ਰੀਤੀ। ਇਸ ਪ੍ਰਕਾਰ ਬੜੀ ਸ਼ੁਭ ਰੀਤੀ ਦੇ ਨਾਲ ਆਪਣੀ ਮਾਤਾ ਜੀਆਂ ਦਾ ਸੰਸਕਾਰ ਕੀਤਾ ਹੈ। ਦੀਪ ਕੁੰਠ ਕਰਤਿਓ ਸੁਤ ਪ੍ਰੀਤੀ। ਤੇ ਮਾਤਾ ਤ੍ਰਿਪਤਾ ਜੀ ਵੀ ਇਸ ਪ੍ਰਕਾਰ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਸੱਚਖੰਡ ਬੈਕੁੰਠ ਸੁਧਾਰੇ ਨੇ। ਸਰਬ ਦਰਬ ਜੇਤੋ ਘਰ ਬਾਰਾ। ਮਾਤਾ ਪਿਤਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਨੇ, ਜਿੰਨਾ ਵੀ ਘਰ ਦੇ ਵਿੱਚ ਧਨ ਪਦਾਰਥ ਬਚਿਆ ਹੈ, ਦਇਓ ਅਤਥਿਨ ਕੋ ਸੁਖਕਾਰਾ। ਤੇ ਗੁਰੂ ਨਾਨਕ ਦੇਵ ਜੀਆਂ ਨੇ ਸਾਰਾ ਹੀ ਲੋੜਵੰਦਾਂ ਵਿੱਚ ਵੰਡਿਆ ਹੈ। ਬੇਦੀ ਕੁਲ ਕੇ ਮਨ ਚ ਮਹਾਨਾ। ਤੇ ਜਿਹੜੀ ਬੇਦੀਆਂ ਦੇ ਕੁਲ ਦੇ ਸੰਬੰਧੀ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਆਏ ਨੇ। ਨਾਨਕ ਬਿਦਨ ਸਮਝਾਏ ਸੁਜਾਨਾ। ਅਨੇਕਾਂ ਤਰੀਕਿਆਂ ਦੇ ਨਾਲ ਜਿਹੜੇ ਸਿਆਣੇ ਲੋਕ ਸਤਿਗੁਰਾਂ ਨੂੰ ਸਮਝਾਉਂਦੇ ਨੇ। ਰਹੋ ਆਪਨੇ ਚ ਪੈਤ ਜਿਉ ਪੁਰ ਮੈਂ। ਕਿ ਪੁੱਤਰ ਗੁਰੂ ਨਾਨਕ ਆਪਣੇ ਪਿਤਾ ਦੇ ਵਾਂਗ ਆਪਣੇ ਘਰ ਦੇ ਵਿੱਚ ਰਹਿ ਕਰਕੇ ਘਰ ਦੀ ਸੰਭਾਲ ਕਰੋ, ਘਰ ਨੂੰ ਸਾਂਭੋ। ਜੋ ਪਟਵਾਰ ਖਾਨੇ ਦਾ ਕਾਰਜ ਉਸ ਨੂੰ ਵਧਾਉਣਾ ਕਰੋ ਜੀ। ਜਾਂ ਬਿਰਕਤ ਹੋਏ ਅਸਪੁਰ ਮੈਂ। ਕਿਉਂ ਤੁਸੀਂ ਸਾਧੂਆਂ ਵਾਲੀ ਬਿਰਤੀ ਧਾਰੀ ਹੈ, ਪਰਿਵਾਰ ਤੋਂ ਘਰ ਤੋਂ ਮੋਹ ਤੋੜਿਆ ਹੈ। ਸ੍ਰੀ ਗੁਰ ਕਹੈ ਪਰਪੰਚ ਪਸਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਰਿਸ਼ਤੇਦਾਰਾਂ ਤਾਈਂ ਸਮਝਾਉਂਦੇ ਨੇ, ਕਹਿੰਦੇ ਨੇ ਜੋ ਇਹ ਸੰਸਾਰ ਘਰ ਪਰਿਵਾਰ ਹੈ, ਇਹ ਸਾਰਾ ਕੁਝ ਹੀ ਪਰਪੰਚ ਝੂਠ ਹੈ। ਦਸਵਰ ਝੂਠੋ ਲਿਹੋ ਵਿਚਾਰੇ। ਤੁਸੀਂ ਵੀ ਜਾਣ ਲਵੋ, ਜੇ ਸੰਸਾਰ ਤੁਹਾਨੂੰ ਸੱਚਾ ਪ੍ਰਤੀਤ ਹੁੰਦਾ ਹੈ ਨਾ, ਇਹ ਸਾਰਾ ਸੁਪਨੇ ਵਰਗਾ ਹੈ, ਝੂਠਾ ਹੈ। ਜਾਂਦੇ ਤਜ ਕੋ ਪ੍ਰੀਤ ਇਹ ਸੰਗਾ। ਇਸ ਲਈ
ਪਰਮੇਸ਼ਰ ਦੇ ਨਾਲ ਪ੍ਰੇਮ ਕਰੋ, ਇਸ ਦੇ ਨਾਲੋਂ ਪ੍ਰੀਤ ਤੋੜ ਕਰਕੇ ਸੰਸਾਰ ਨੂੰ ਤਿਆਗਣਾ ਕਰੋ ਜੀ। ਸਤਨਾਮ ਸਿਮਰਹੁ ਸੋ ਉਮੰਗਾ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਾਤ ਦਿਨ ਸਿਮਰਨਾ ਕਰੋ। ਦਿਵਸ ਬਿਤਾਵਹੁ ਵਹਿਰ ਉਜਾਰਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਸਾਰਾ ਦਿਨ ਆਪਣੇ ਘਰ ਤੋਂ ਬਾਹਰ ਉਜਾੜਾਂ ਵਿੱਚ ਬਤੀਤ ਕਰਨ ਲੱਗੇ ਨੇ। ਆਵਹਿ ਪੁਰ ਮੈਂ ਰਹਿਣ ਉਦਾਰਾ। ਤੇ ਰਾਤ ਦੇ ਸਮੇਂ ਹੀ ਘਰ ਆਉਂਦੇ ਨੇ, ਰਾਤ ਬਤੀਤ ਕਰਦੇ ਨੇ। ਕਿਤਕ ਦਿਵਸ ਬੇਦੀ ਬੀਤੇ ਤਲਵੰਡੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਕੁਝ ਕੁ ਦਿਨ ਹੋਰ ਤਲਵੰਡੀ ਨਗਰ ਅੰਦਰ ਬਤੀਤ ਕੀਤੇ ਨੇ। ਅਕਸੈ ਕੀਰਤ ਜਹ ਤਹ ਮੰਡੀ। ਜਿਸ ਤਲਵੰਡੀ ਦੇ ਅੰਦਰ ਗੁਰੂ ਨਾਨਕ ਦੇਵ ਜੀਆਂ ਦੀ ਬੜੀ ਵਡਿਆਈ ਹੁੰਦੀ ਹੈ। ਆਵਹਿ ਮਨਜ ਆਤਿਕ ਧਰ ਭਾਉ। ਅਨੇਕਾਂ ਲੋਕ ਜਿਹੜੇ ਨਗਰ ਦੇ ਹਨ ਬੜਾ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰਾਂ ਕੋਲ ਆਉਂਦੇ ਨੇ। ਸੁਨਹਿ ਬਚਨ ਨਿਤ ਚੌਕਨ ਚੋਊ। ਤੇ ਸਤਿਗੁਰਾਂ ਦੇ ਸ਼ੁਭ ਗੁਣਾਂ ਵਾਲੇ ਬਚਨ ਸੁਣ ਕਰਕੇ ਹਿਰਦਿਆਂ ਅੰਦਰ ਭਗਤੀ ਦਾ ਚਾਅ ਪੈਦਾ ਹੁੰਦਾ ਹੈ। ਦੇਹ ਮੁਕਤ ਦਾ ਤੈਨ ਉਪਦੇਸਾ। ਤੇ ਗੁਰੂ ਨਾਨਕ ਦੇਵ ਜੀ ਉਹਨਾਂ ਤਾਈਂ ਮੁਕਤੀ ਦਾ ਉਪਦੇਸ਼ ਵੰਡਦੇ ਨੇ। ਪਰ ਉਪਕਾਰੀ ਸ੍ਰੀ ਜਗਤੇਸਾ। ਇਸ ਪ੍ਰਕਾਰ ਪਰ ਉਪਕਾਰੀ ਸ੍ਰੀ ਜਗਤੇਸਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਮਹਾਰਾਜ ਸਰੂਪ ਨੇ ਗੁਰੂ ਨਾਨਕ ਦੇਵ ਜੀ ਤੇ ਬੜਾ ਪਰ ਉਪਕਾਰੀ ਸੁਭਾਅ ਹੈ। ਜੋ ਵੀ ਸਤਿਗੁਰਾਂ ਦੀ ਸੰਗਤ ਆ ਕੇ ਕਰਦਾ ਹੈ, ਸਤਿਗੁਰੂ ਜੀ ਉਹਨਾਂ ਨੂੰ ਸੰਸਾਰ ਝੂਠਾ ਪ੍ਰਤੀਤ ਕਰਾਉਂਦੇ ਨੇ। ਪਰਮੇਸ਼ਰ ਜੋ ਸੱਚਾ ਪ੍ਰਤੀਤ ਕਰਵਾਉਂਦੇ ਨੇ, ਉਹਨਾਂ ਤਾਈਂ ਗੁਰਬਾਣੀ ਦਾ ਨਾਮ ਸਿਮਰਨ ਦਾ ਸਿੱਖੀ ਦਾ ਉਪਦੇਸ਼ ਦਿੰਦੇ ਨੇ। ਜੋ ਵੀ ਸਤਿਗੁਰਾਂ ਦੀ ਸੰਗਤ ਕਰਦਾ ਹੈ, ਹਿਰਦਿਆਂ ਦੇ ਅੰਦਰ ਵਿਕਾਰਾਂ ਨੂੰ ਨਾਸ਼ ਕਰਦਾ ਹੈ ਔਰ ਭਗਤੀ ਦਾ ਪ੍ਰਗਟਾਵਾ ਕਰਦਾ ਹੈ। ਭਗਤੀ ਕਰਨ ਦਾ ਚਾਅ ਪੈਦਾ ਹੁੰਦਾ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚੌਥੀ ਉਦਾਸੀ ਆਰੰਭ ਕਰਨਗੇ ਜੀ, ਜੋ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਮਝ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਬਚੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ। ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਾਟਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸੱਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨਹੁ ਸੰਤਹੁ ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਹਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਪਾਸੇ, ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਜਿਤ ਕਰ ਆਨੰਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ।
ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਵਕਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ